स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। हाय मैं ब्याह वास्ते किन्नी शॉपिंग करनी सी। कुंदन सेट, जड़ाऊ सेट, पोलकी सेट, हीरे वाले सेट, लाइट वेट सेट लैन देन नू कड़े, चूड़ियां, नगा वालियां मुंदरियां, झुमके वालियां। हाय मैं कित्थे जावांगी। ओ जी तुसी सिद्धा एसी ज्वेलर जाओ जिन्हां कोल ने 22 कैरेट गोल्ड दे गहणे दी लेटेस्ट ते लार्ज वैरायटी औरतां मर्दां ते बच्चियां लई। एसी ज्वेलर्स तो तुसी सिल्वर डायमंड ज्वेलरी भी ले सकदे हो। एसी ज्वेलर ते हर हफ्ते नवी शिपमेंट आउंदी है। ਤੁਹਾਡੇ ਸਾਈਜ਼ ਅਤੇ ਤੁਹਾਡੇ ਪਸੰਦ ਦੇ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਨੇ। ਏਸੀ ज्वेलर ਤੋਂ ਤੁਸੀਂ ਰਿਪੇਅਰ ਵੀ ਕਰਵਾ ਸਕਦੇ ਹੋ। 24 कैरेट ਤੇ 골ਡ ਬਿਸਕਟ ਖਰੀਦ ਅਤੇ ਵੇਚ ਵੀ ਸਕਦੇ ਹੋ। 25416 104th Avenue, South East Kent. Call 253 656 2668 यानी 2536562666। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ। फोन नंबर 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोल दिया, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਇੱਕ ਖਾਸ ਸੂਚਨਾ ਵੀ ਤੁਹਾਨੂੰ ਦੇ ਦਈਏ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸੂਚਨਾ ਇਹ ਹੈ ਜੀ ਕਿ ਗੁਰਦੁਆਰਾ ਸਿੱਖ ਸਾਧ ਸੰਗਤ 45 ਹਿਲਟਨ ਸਟਰੀਟ ਐਸਟਨ PA ਦੇ ਵਿੱਚ 5ਵਾਂ ਮਹਾਨ ਗੁਰਮਤ ਸੰਗੀਤ ਸੰਮੇਲਨ 10 ਸਤੰਬਰ ਨੂੰ ਜਿਹੜਾ ਹੋਣ ਜਾ ਰਿਹਾ ਜੀ ਤੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੋਏਗਾ। ਬੜੇ ਮਸ਼ਹੂਰ ਕੀਰਤਨ ਜਥੇ ਇੱਥੇ ਪਹੁੰਚ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਭਗਤ ਦੀ ਬਾਣੀ ਦਾ ਜਿਹੜਾ ਰਾਗਮਈ ਕੀਰਤਨ ਹੋਏਗਾ। ਸੋ ਤੁਸੀਂ ਹੁਮ ਹੁਮਾ ਕੇ ਪਹੁੰਚੋ ਤੇ ਗੁਰਦੁਆਰਾ ਸਿੱਖ ਸਾਧ ਸੰਗਤ 45 ਹਿਲਟਨ ਸਟਰੀਟ ਐਸਟਨ ਦੇ ਵਿੱਚ PA ਦੇ ਵਿੱਚ ਤੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਸਿੱਧੂ ਮੂਸੇ ਵਾਲਾ ਕਾਂਡ ਦੇ ਵਿੱਚ ਹੁਣ ਪੰਜਾਬ ਪੁਲਿਸ ਦੇ ਜਿਹੜੇ ਖੰਭ ਨੇ ਉਹ ਵਿਦੇਸ਼ਾਂ ਤੱਕ ਵੀ ਫੈਲ ਗਏ ਨੇ ਤੇ ਬਾਜ ਪੰਜੇ ਦੇ ਨਾਲ ਉੱਥੇ ਫਿਰ ਹੁਣ ਬਾਜ ਦੀ ਅੱਖ ਦੇ ਨਾਲ ਬੰਦਿਆਂ ਨੂੰ ਲੱਭਦੀ ਫਿਰਦੀ ਹੈ। ਕੋਈ ਡਿੱਕੇ ਚੜ੍ਹਿਆ ਜੀ? ਬਿਲਕੁਲ ਜੀ। ਜਿਹੜਾ ਆਪਣਾ ਮੁੰਡਾ ਲਾਰੈਂਸ ਬਿਸ਼ਨੋਈ ਹੈ ਜੀ, ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਨ ਥਾਪਨ ਜੀ, ਉਹਨੂੰ ਆਜ਼ਰਬਾਈਜਾਨ ਦੇ ਵਿੱਚ ਕਾਬੂ ਕਰ ਰਹੇ। ਆਜ਼ਰਬਾਈਜਾਨ ਦਾ ਸੋਵੀਅਤ ਯੂਨੀਅਨ ਦਾ ਇੱਕ ਹਿੱਸਾ ਹੁੰਦਾ ਸੀ ਹੁੰਦਾ ਸੀ ਮੇਰੇ ਖਿਆਲ। ਉਹਨੂੰ ਆਪਾਂ ਕਹਾਂਗੇ ਯੂਰਪ ਤੇ ਏਸ਼ੀਆ ਦਾ ਰਲਮਾ ਮਿਲਮਾ ਜਿਹਾ। ਉੱਥੇ ਉਹਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤਾ ਜਾਂ ਹਿਰਾਸਤ ਦੇ ਵਿੱਚ ਲਿਆ ਹੈ। ਇਲਜ਼ਾਮ ਉਹਦੇ ਤੇ ਇਹ ਹੈ ਕਿ ਜਿਹੜੇ ਡਾਕੂਮੈਂਟਸ ਦੇ ਉੱਤੇ ਉਹਨੇ ਟਰੈਵਲ ਕੀਤਾ ਹੈ
ਉਹ ਡਾਕੂਮੈਂਟਸ ਜਿਹੜੇ ਫਰਜ਼ੀ ਹੈ। ਜੀ। ਇਹ ਗੱਲ ਪਹਿਲਾਂ ਹੀ ਸਾਬਤ ਹੋ ਗਈ ਸੀ, ਹੂੰ ਕਿਉਂਕਿ ਜਿਸ ਵੇਲੇ ਲਾਰੈਂਸ ਬਿਸ਼ਨੋਈ ਦੀ ਇੰਟੈਰੋਗੇਸ਼ਨ ਹੋਈ ਹੈ, ਜੀ। ਉਸ ਇੰਟੈਰੋਗੇਸ਼ਨ ਦੇ ਵਿੱਚ ਇਹਨੇ ਸਾਫ਼ ਦੱਸ ਦਿੱਤਾ ਸੀ ਹੂੰ ਕਿ ਮੈਂ ਆਪਣੇ ਭਾਣਜੇ ਨੂੰ ਜੀ। ਤੇ ਆਪਣੇ ਭਰਾ ਨੂੰ ਹੂੰ ਦੋਵਾਂ ਨੂੰ ਬਾਹਰ ਭੇਜ ਦਿੱਤਾ ਹੈ ਜੀ। ਔਰ ਉਹਦੇ ਵਾਸਤੇ ਜਾਲੀ ਸਰਟੀਫਿਕੇਟ ਹੈ ਜਿਹੜੇ ਹੂੰ ਉਹ ਬਣਾਏ ਗਏ ਸੀ। ਜੀ। ਭਰਾ ਦਾ ਨਾਂ ਇਹਦੇ ਨਾਂ ਅਨਮੋਲ ਬਿਸ਼ਨੋਈ ਹੈ ਹੂੰ ਔਰ ਉਹਦੇ ਬਾਰੇ ਵੀ ਪਤਾ ਲੱਗਾ ਕਿ ਉਹ ਪਹਿਲਾਂ ਕੈਨੇਡਾ ਦੇ ਵਿੱਚ ਸੀ, ਜੀ। ਪਰ ਕੈਨੇਡਾ ਦੇ ਵਿੱਚੋਂ ਹੁਣ ਉਹ ਕੀਨੀਆ ਚਲਾ ਗਏ। ਹਾਂ ਜੀ, ਠੀਕ ਹੈ ਜੀ, ਨਿਕਲ ਗਿਆ ਉੱਧਰ। ਉਧਰੋਂ ਨਿਕਲ ਗਿਆ। ਹੂੰ ਸੋ ਇਹਦੀ ਇਨਫੋਰਮੇਸ਼ਨ ਜਿਹੜੀ ਹੈ ਕਿਸੇ ਹੋਰ ਨੇ ਨਹੀਂ ਦਿੱਤੀ। ਹੂੰ ਇਹਦੀ ਇਨਫੋਰਮੇਸ਼ਨ ਕੱਲ ਡੀਜੀਪੀ ਪੰਜਾਬ ਹੂੰ ਗੌਰਵ ਯਾਦਵ ਹੋਰਾਂ ਨੇ ਦਿੱਤੀ ਹੈ ਕਿ ਜੀ। ਅਸੀਂ ਉਹਨੂੰ ਕਾਬੂ ਕਰ ਲਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਾਬੂ ਨੂੰ ਕਰ ਲਿਆ ਤੇ ਹੋਰ ਅੱਗੋਂ ਕੀ ਕੁਛ ਨਿਕਲਦਾ ਹੈ। ਹੂੰ ਇਹ ਵੀ ਮੰਨਿਆ ਜਾਂਦਾ ਹੈ ਕਿ ਮਾਸਟਰਮਾਈਂਡ ਤਾਂ ਇਸ ਕੇਸ ਦੇ ਕਈ ਹੈ। ਹੂੰ ਕੋਈ ਤਾਂ ਜੱਗੂ ਭਗਵਾਨਪੁਰੀ ਨੂੰ ਮਾਸਟਰਮਾਈਂਡ ਕਹਿ ਦਿੰਦਾ ਹੈ, ਜੀ। ਕੋਈ ਲਾਰੈਂਸ ਬਿਸ਼ਨੋਈ ਨੂੰ ਕਹਿ ਦਿੰਦਾ ਹੈ। ਲੇਕਿਨ ਜੇ ਆਪਾਂ ਦੇਖੀਏ ਅਸਲ ਜਿਹੜਾ ਹੈਗਾ ਕੰਮ ਕੀਤਾ ਕਰਾਇਆ, ਹੂੰ ਜਿਹੜੇ ਬੰਦੇ ਤਿਆਰ ਕੀਤੇ ਜੀ। ਹੈ, ਬੰਦੇ ਹਾਇਰ ਕੀਤੇ ਹੈ, ਉਹ ਜੱਗੂ ਭਗਵਾਨਪੁਰੀਆ ਨੇ ਵੀ ਕੁਝ ਬੰਦੇ ਦਿੱਤੇ ਸੀ ਤੇ ਇਹਨਾਂ ਦੀ ਜ਼ਿਆਦਾ ਭੂਮਿਕਾ ਹੈ। ਹੂੰ ਅਨਮੋਲ ਬਿਸ਼ਨੋਈ ਦੀ ਤੇ ਸਚਨ ਜੀ। ਥਾਪਨ ਦੀ। ਉਹ ਬੰਦੇ ਨੇ ਲੈ ਕੇ ਜਿਹੜਾ ਉਹਦਾ ਕਤਲ ਕਰਵਾਇਆ ਹੋਇਆ ਹੈ। ਹੁਣ ਇਹਦੇ 'ਚ ਇਹ ਹੈ ਕਿ ਅਜ਼ਰਬਾਈਜਾਨ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ, ਜੋ ਕਾਬੂ ਕਰ ਲਿਆ। ਹੂੰ ਸਾਡੀ ਪੁਲਿਸ ਜਿਹੜੀ ਹੈ ਉਹਨੇ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਜੀ। ਉਹਨਾਂ ਨੂੰ ਵਾਪਸ ਲਿਆਉਣ ਵਾਸਤੇ। ਕਿੰਨੇ ਦਿਨ ਲੱਗਦੇ ਹੈ, ਹੂੰ ਉੱਥੋਂ ਦੀ ਸਰਕਾਰ ਕੀ ਆਸਾਨੀ ਨਾਲ ਹੈਂਡਓਵਰ ਕਰ ਦੂਗੀ, ਹੂੰ ਜਾਂ ਜਿਵੇਂ ਆਪਾਂ ਵੇਖਿਆ ਪਹਿਲਾਂ ਵਿਜੇ ਮਾਲੀਆ, ਜੀ। ਜੀ। ਨੀਰਵ ਮੋਦੀ, ਹੂੰ ਇੱਕ ਹੋਰ ਮੋਦੀ ਹੈ ਹਾਂ ਜੀ। ਉਹ ਜਿਹੜਾ ਕ੍ਰਿਕਟ ਵਾਲਾ ਹੈ, ਹੂੰ ਇਹ ਜਿਹੜੇ ਮੋਦੀ ਹੈ ਇਹ ਸਾਰੇ ਬਾਹਰ ਬੈਠੇ ਹੈ ਬਾਹਰ ਬੈਠੇ ਹਾਂ। ਔਰ ਇਹਨਾਂ ਨੂੰ ਲਿਆਉਣ ਵਾਸਤੇ ਭਾਰਤ ਸਰਕਾਰ ਪੱਬਾਂ ਭਾਰ ਹੋਈ ਫਿਰਦੀ ਹੈ। ਹੂੰ ਲੇਕਿਨ ਅਜੇ ਤੱਕ ਇਹ ਵਾਪਸ ਨਹੀਂ ਆਏ। ਜੀ। ਉਹ ਤੋਂ ਪਹਿਲਾਂ ਆਪਾਂ ਦੇਖੀਏ ਤਾਂ ਪੰਜਾਬ ਨਾਲ ਸੰਬੰਧਿਤ ਹੋਰ ਵੀ ਕਈ ਸਾਰੇ ਲੋਕ, ਜਿਵੇਂ ਸੱਤਾ ਤੇ ਪਿੰਦੀ, ਹੂੰ ਇਹ ਦੋ ਬੜੇ ਮਸ਼ਹੂਰ ਨਾਂ ਹੈ। ਇਹਨਾਂ ਦਾ ਨਾਂ ਜਿਹੜਾ 6000 ਕਰੋੜ ਰੁਪਏ ਦੇ ਡਰੱਗ ਐਕਟ ਦੇ ਨਾਲ ਜੁੜਦਾ ਹੈ। ਜੀ। ਔਰ ਜਿਹੜੀ ਪਿੱਛੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ, ਹੂੰ ਉਸ ਗ੍ਰਿਫਤਾਰੀ ਦਾ ਕਾਰਨ ਵੀ ਇਹ ਦੋਨੋਂ ਲੋਕ ਸੀ। ਅੱਛਾ ਜੀ। ਕਿਉਂਕਿ ਵਿਕਰਮ ਮਜੀਠੀਆ ਦੇ ਖਿਲਾਫ ਇਹ ਇਲਜ਼ਾਮ ਹੈ ਕਿ ਜਦੋਂ ਇਹ ਲੋਕ ਕੈਨੇਡਾ ਦੇ ਵਿੱਚੋਂ ਪੰਜਾਬ 'ਚ ਆਉਂਦੇ ਸੀ ਹੂੰ ਆਪਣੇ ਜਿਹੜੇ ਉਹ ਕੈਮੀਕਲ ਦੇ ਖਰੀਦਣ ਵਾਸਤੇ, ਜੀ। ਉਸ ਵੇਲੇ ਵਿਕਰਮ ਮਜੀਠੀਆ ਦੀ ਜਿਹੜੀ ਹੈਗੀ ਹੈ ਮਹਿਮਾਨ ਨਵਾਜ਼ੀ ਦਾ ਆਨੰਦ ਮਾਣਦੇ ਰਹੇ। ਸੀ। ਚਾਹੇ ਉਹਦੀਆਂ ਗੱਡੀਆਂ ਹੋਣ, ਚਾਹੇ ਉਹਦੇ ਰੈਸਟ ਹਾਊਸ ਹੋਣ, ਜਾਂ ਉਹਦੀ ਆਪਣੀ ਸਰਕਾਰੀ ਕੋਠੀ ਹੋਵੇ ਜਾਂ ਨਿੱਜੀ ਕੋਠੀ ਹੋਵੇ, ਬਿਲਕੁਲ ਇਹੀ ਉਹਦੇ ਕੋਲੇ ਰਹਿੰਦੇ ਵਗੈਰਾ ਸੀ। ਔਰ ਨਾਲ ਤਾਂ ਪੈਲਟ ਵੀ ਚੱਲਦੀਆਂ ਹੁੰਦੀਆਂ ਸੀ ਤੇ ਸਕਾਊਟ ਵੀ ਚੱਲਦੀਆਂ ਹੁੰਦੀਆਂ ਸੀ। ਔਰ ਮੇਰੇ ਖਿਆਲ ਮੁਤਾਬਕ ਜਿਹੜੀ ਰਿਲੀਫ ਵੀ ਮਿਲੀ ਹੈ ਜੀ ਵਿਕਰਮ ਮਜੀਠੀਆ ਨੂੰ, ਹੂੰ ਰਿਲੀਫ ਮਿਲਣ ਦਾ ਕਾਰਨ ਵੀ ਇਹ ਹੈ ਕਿਉਂਕਿ ਇੱਕ ਪਾਸੇ ਇਲਜ਼ਾਮ ਹੈ, ਹੂੰ ਦੂਜੇ ਪਾਸੇ ਜਿਨ੍ਹਾਂ ਬੰਦਿਆਂ ਨੇ ਬੈਨੀਫਿਟ ਹਾਸਲ ਕੀਤਾ ਹੈ ਜੀ। ਉਹ ਹਲੇ ਤੱਕ ਕਾਬੂ ਨਹੀਂ ਆਏ। ਹੂੰ ਤਾਂ ਉਹ ਲਿੰਕ ਕਿਤੇ ਨਾ ਕਿਤੇ ਜਿਹੜਾ ਹੈਗਾ, ਜਿਹੜਾ ਐਵੀਡੈਂਸ, ਲਿੰਕ ਐਵੀਡੈਂਸ ਹੈ ਉਹ ਮਿਸਿੰਗ ਹੈ। ਜੀ। ਉਹਦੀ ਵਜ੍ਹਾ ਕਾਰਨ ਨੂੰ ਹੋਇਆ। ਹੁਣ ਇਹੀ ਚੀਜ਼ ਜਿਹੜੀ ਦੇਖਣ ਵਾਲੀ ਹੈ ਕਿ ਗੋਲਡੀ ਬਰਾੜ ਬਾਹਰ ਹੈ। ਹੂੰ ਗੋਲਡੀ ਬਰਾੜ ਜਿੰਨੀ ਦੇਰ ਤੱਕ ਪੰਜਾਬ ਪੁਲਿਸ ਦੇ ਹੱਥ ਨਹੀਂ ਆਉਂਦਾ, ਜੀ। ਉਨੀ ਦੇਰ ਤੱਕ ਜੇ ਆਪਾਂ ਕਹਿ ਦਈਏ ਵੀ ਅਸਲੀਅਤ ਦਾ ਪਤਾ ਲੱਗਣਾ ਤਾਂ ਨਹੀਂ ਲੱਗਣਾ। ਹੂੰ ਵੈਸੇ ਵੀ ਦੇਖੀਏ ਅੱਜ ਕੱਲ ਜਿਹੜੇ ਗੈਂਗਸਟਰ ਟਰਨਡ ਗੈਂਗ ਕੁਛ ਥੋੜੇ ਜਿਹੇ ਉਹ ਵੀ ਹੈਗੇ ਜਿਹੜੇ ਖਾੜਕੂਬਾਦ ਵਾਲੇ ਪਾਸੇ ਤੁਰੇ ਹੋਏ ਹੈ, ਹੂੰ ਜਿਵੇਂ ਅਰਿੰਦਾ ਸੰਧੂ ਹੈ, ਜੀ। ਲਖਵੀਰ ਲੱਖਾ ਲਿੰਡਾ ਵੀ ਕਹਿ ਦਿੰਦੇ ਆ ਉਹਨੂੰ, ਹੂੰ ਜਾਂ ਗੋਲਡੀ ਬਰਾਡਰ ਕੇ। ਇਹਨਾਂ ਦੀਆਂ ਤੁਸੀਂ ਅੱਜ ਕੱਲ੍ਹ ਉਹ ਪੜ੍ਹੀਆਂ ਹੋਣੀਆਂ ਵੀਡੀਓਜ਼ ਆ ਰਹੀਆਂ ਜਾਂ ਇਹਨਾਂ ਦੀਆਂ ਪੋਸਟਾਂ ਆ ਰਹੀਆਂ, ਜੀ। ਔਰ ਇਹ ਪੋਸਟਾਂ ਦੇ ਉੱਤੇ ਵੀ ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੈ, ਕਿਸੇ ਤਰੀਕੇ ਦੇ ਨਾਲ ਬਿਊਰੋਕ੍ਰੇਸੀ ਨੂੰ ਪ੍ਰਭਾਵਿਤ ਕਰਦੇ ਆ, ਦਬਕੇ ਮਾਰਦੇ ਆ, ਦਬਕੇ ਮਾਰਦੇ ਆ, ਕਦੇ ਦਬਕੇ ਮਾਰਦੇ ਆ, ਕਦੇ ਕਹਿੰਦੇ ਜੀ ਇਸ ਤਰ੍ਹਾਂ ਇਹ ਨਾ ਕਰੋ। ਤੁਸੀਂ ਉਹ ਦੇਖਿਆ ਹੋਣਾ, ਇੱਕ ਕੁਝ ਬੰਦੇ ਹੋਰ ਫੜੇ ਗਏ ਸੀ, ਹੂੰ ਜਿਨ੍ਹਾਂ ਬੰਦਿਆਂ ਦਿੱਲੀ ਤੋਂ ਫੜੇ ਸੀ, ਉਹਨਾਂ ਦੇ ਉੱਤੇ ਕੁਝ ਗ੍ਰਨੇਡ ਵਗੈਰਾ ਵੀ ਕਹਿੰਦੇ ਬਰਾਮਦਗੀ ਹੋਈ ਹੈ। ਜੀ। ਤੇ ਉਹ ਵੀ ਗੱਲ ਕਹੀ ਗਈ ਹੈ ਹੂੰ ਅਰਿੰਦੇ ਸੰਧੂ ਵੱਲੋਂ, ਬਈ ਨਹੀਂ ਜਿਹਨੇ ਨਹੀਂ, ਹੂੰ ਉਹ ਗੈਂਗਸਟਰ ਜ਼ਰੂਰ ਹੈ, ਜੀ। ਲੇਕਿਨ ਉਹਨਾਂ ਦੇ ਕੋਲੇ ਜਿਹੜੇ ਹੈਗੇ ਆ ਹੈ ਨਹੀਂ ਸੀਗੇ, ਗ੍ਰਨੇਡ ਹੈ ਨਹੀਂ ਸੀ, ਹੂੰ ਇਹ ਪਾਏ ਗਏ ਹੈ। ਜੀ। ਸੋ ਕੁੱਲ ਮਿਲਾ ਕੇ ਗੱਲ ਤਾਂ ਹਾਲੇ ਭੰਬਲ ਭੂਸੇ ਦੇ ਵਿੱਚ ਹੈ। ਹੂੰ ਕਦੋਂ ਉਹਨਾਂ ਨੂੰ ਲੈ ਕੇ ਇੱਥੇ ਆਉਂਦੇ ਆ, ਕਦੋਂ ਉਹਨਾਂ ਦੀ ਹੋਰ ਇੰਟਰੋਗੇਸ਼ਨ ਹੁੰਦੀ ਹੈ। ਜੀ। ਪਰ ਵੱਡੀ ਗੱਲ ਇਹ ਹੈ ਕਿ ਜਿਹੜੇ ਬੰਦੇ ਹਾਲੇ ਤੱਕ ਰਹਿੰਦੇ ਆ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ, ਹੂੰ ਉਹਦੇ ਵਿੱਚ ਇੱਕ ਤਾਂ ਮੁੰਡੀ ਨਾਂ ਦਾ ਬੰਦਾ ਵੀ ਰਹਿੰਦਾ ਹੈ, ਹੂੰ ਉਹ ਤਾਂ ਇਧਰ ਭਕੌੜਾ ਹੈ। ਹੂੰ ਜਿਹੜਾ ਮੁੰਡਾ ਗੋਲਡੀ ਬਰਾੜ ਹੈ ਉਹ ਰਹਿੰਦਾ ਹੈ। ਜੀ। ਔਰ ਇਹ ਤੋਂ ਇਲਾਵਾ ਉਹਨਾਂ ਦੇ ਫਾਦਰ ਨੇ, ਹੂੰ ਸਿੱਧੂ ਮੂਸੇਵਾਲੇ ਦੇ ਫਾਦਰ ਨੇ, ਜਿਨ੍ਹਾਂ ਦੋ ਬੰਦਿਆਂ ਦਾ ਨਾਂ ਲਿਆ ਸੀ, ਹੂੰ ਉਹ ਬੰਦੇ ਵੀ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਏ। ਕਿੰਨਾ ਕੁ ਹੈ
ਤੇ ਨਾਲ ਹੀ ਇਹ ਖਬਰ ਵੀ ਆ ਗਈ ਹੈ ਕਿ ਇਸ ਕੇਸ ਦਾ ਜਿਹੜਾ ਆਈਓ ਹੈ ਜੀ ਅੰਗਰੇਜ਼ ਸਿੰਘ ਉਹਨੂੰ ਵੀ ਚੇਂਜ ਕਰਤਾ ਹੈ। ਹੂੰ ਕਿਹਾ ਜੋ ਮੈਨੂੰ ਪਤਾ ਲੱਗਿਆ ਥੋੜਾ ਜਿਹਾ, ਕਹਿੰਦੇ ਵੀ ਆਈਓ ਨੂੰ ਸ਼ਾਇਦ ਇਸ ਕਰਕੇ ਬਦਲਤਾ ਕਿ ਉਹਨੂੰ ਧਮਕੀਆਂ ਮਿਲਦੀਆਂ ਸੀ ਅੱਛਾ ਜੀ। ਜਾਨੋਂ ਮਾਰਨ ਦੀਆਂ, ਹੂੰ ਪਰ ਮੇਰੇ ਖਿਆਲ ਮੁਤਾਬਕ ਕਾਰਨ ਹੋਰ ਹੈ। ਹੋਰ ਵੀ ਹੋ ਜਾਂਦੇ ਕਈ ਨਹੀਂ ਹੋਰੂਗਾ, ਹੋ ਹੈ ਹੀ ਹੋਰ, ਕਿਉਂਕਿ ਆਮ ਖੁੱਲੀ FIR 'ਚ ਬਹੁਤ ਕੁਝ ਹੋ ਜਾਂਦਾ ਨਾ। ਨਹੀਂ ਜੀ, ਆਮ ਤੌਰ ਦੇ ਉੱਤੇ ਜੇ ਆਪਾਂ ਦੇਖੀਏ ਤਾਂ ਚਾਰਜ ਸ਼ੀਟ ਤਾਂ ਫਾਈਲ ਕੀਤੀ ਜਾ ਚੁੱਕੀ ਹੈ, ਮੇਨ ਚਾਰਜ ਸ਼ੀਟ ਤਾਂ ਫਾਈਲ ਹੋ ਗਈ ਹੈ, ਇਹ ਤੋਂ ਅਗਾਂਹ ਕੀ ਰਹਿ ਗਈ ਜੀ। ਜਿਹੜੇ ਬੰਦੇ ਬਾਕੀ ਰਹਿੰਦੇ ਆ ਗ੍ਰਿਫਤਾਰ ਹੋਣ ਵਾਲੇ ਉਹ ਰਹਿੰਦੇ ਆ, ਉਹਨਾਂ ਦੀ ਗ੍ਰਿਫਤਾਰੀ ਹੋਣੀ ਹੈ ਜਾਂ ਕੁਝ ਹੋਰ ਬੰਦਿਆਂ ਦਾ ਲਿੰਕ ਨਾਲ ਜੁੜਦਾ ਤਾਂ ਉਹ ਸਪਲੀਮੈਂਟਰੀ ਚਾਰਜ ਸ਼ੀਟ ਹੋਣੀ ਹੈ। ਸੋ ਜਦੋਂ ਚਾਰਜ ਸ਼ੀਟ ਦਾਇਰ ਕਰ ਦਿੱਤੀ ਤੇ ਖੁੱਲੀ FIR ਹੈ ਜੀ, ਖੁੱਲੀ FIR ਦੇ ਵਿੱਚ ਬੜਾ ਕੁਝ ਹੋ ਜਾਂਦਾ, ਬਹੁਤ ਕੁਝ ਹੋ ਜਾਂਦਾ, ਖਾਸ ਕਰਕੇ ਜਿਹੜੇ ਆ ਵੱਡੇ ਕੇਸ ਹੁੰਦੇ ਆ, ਇੰਨਾ ਹੀ ਤਾਂ ਵੱਡੇ ਕੇਸਾਂ ਦੇ ਵਿੱਚ ਕਮਾਈ ਚੰਗੀ ਹੋ ਜਾਂਦੀ ਹੈ। ਮੈਨੂੰ ਹੁਣ ਪਤਾ ਲੱਗਿਆ ਵੀ ਉਹ ਜਿਹੜਾ ਆਸ਼ੂ ਵਾਲਾ ਕੇਸ ਹੈ ਤੇ ਇੰਪਰੂਵਮੈਂਟ ਟਰਸਟ ਵਾਲਾ ਕੇਸ ਲੁਧਿਆਣੇ ਵਾਲਾ ਕੇਸ ਹੈ, ਤੇ ਉਹਨਾਂ ਨੂੰ ਕਈ ਅਫਸਰ ਤਾਂ ਸਮਝੀ ਜਾਂਦੇ ਵੀ ਮੈਂ ਚੰਡੀਗੜ੍ਹ ਗਿਆ ਸੀ, ਕੁਝ ਬੰਦਿਆਂ ਨਾਲ ਗੱਲਾਂ ਹੋਈਆਂ ਵੀ ਕਿਹੋ ਜਿਹਾ ਕੀ ਹਾਲ ਚਾਲ ਹੈ, ਉਹ ਕਹਿੰਦੇ ਜੀ ਵੀ ਇਹਨਾਂ ਕੇਸਾਂ ਦੇ ਵਿੱਚ ਹੋਰ ਕੁਝ ਹੋਵੇ ਨਾ ਹੋਵੇ, ਲੇਕਿਨ ਜੇ ਤਾਂ ਸਖਤੀ ਜ਼ਿਆਦਾ ਹੋ ਜਾਏ ਉੱਪਰਲੇ ਅਫਸਰਾਂ ਦੀ ਤਾਂ ਫਿਰ ਬੋਝ ਪੈ ਜਾਂਦਾ ਪੁਲਿਸ ਦੇ ਉੱਤੇ, ਕਿਉਂਕਿ ਚਲਾਨ ਪਾਸ ਕਰਾਉਣ ਵਾਲੇ ਥੋੜਾ ਜਿਹਾ ਤੁਹਾਨੂੰ ਕਹਿੰਦੇ ਰਿਲੈਕਸੇਸ਼ਨ ਮਿਲ ਜੇ ਤਾਂ ਫਿਰ ਕਮਾਈ ਵੀ ਡਾਢੀ ਹੋ ਜਾਂਦੀ ਹੈ। ਸੋ ਇਹ ਪਤਾ ਨਹੀਂ ਇਹਦੇ ਵਿੱਚ ਵੀ ਕਾਰਨ ਕੀ ਹੈ, ਪਰ ਕਾਰਨ ਕੋਈ ਹੋਰ ਹੈ ਜੀ, ਇਕੱਲਾ ਇਹੀ ਕਾਰਨ ਨਹੀਂ। ਕੁੱਲ ਮਿਲਾ ਕੇ ਆਪਾਂ ਇਹ ਦੇਖ ਸਕਦੇ ਹਾਂ ਕਿ DGP ਗੌਰਵ ਯਾਦਵ ਦੀ ਮਿਆਦ ਵੀ ਵੈਸੇ ਖਤਮ ਹੋਣ ਵਾਲੀ ਹੈ, ਕਿਉਂਕਿ 5 ਤਾਰੀਖ ਨੂੰ ਜਿਹੜੇ ਪਹਿਲੇ DGP ਹੈ ਭਾਵਰਾ ਸਾਹਿਬ, ਉਹਨਾਂ ਨੇ 2 ਮਹੀਨਿਆਂ ਦੀ ਛੁੱਟੀ ਲਈ ਸੀ, ਉਹਨਾਂ ਨੇ ਉਹਨਾਂ ਦੀ ਛੁੱਟੀ 5 ਤਾਰੀਖ ਨੂੰ ਪੂਰੀ ਹੋ ਜਾਣੀ ਹੈ ਜੀ। ਹੁਣ ਛੁੱਟੀ ਅੱਗੇ ਵਧਾਉਂਦੇ ਹੈ ਜਾਂ ਨਹੀਂ ਇਹ ਉਹਨਾਂ ਤੇ ਨਿਰਭਰ ਹੈ। ਜੇ ਉਹ ਅੱਗੇ ਨਹੀਂ ਵਧਾਉਂਦੇ ਤਾਂ ਉਹਨਾਂ ਦੀ ਛੁੱਟੀ ਲੈ, ਉਹ ਰੈਗੂਲਰ DGP ਹੈ, ਹਾਂਜੀ ਉਹ ਰੈਗੂਲਰ DGP, UPSC ਨੇ ਜਿਹੜਾ ਪੈਨਲ ਭੇਜਿਆ ਸੀ ਉਹਦੇ ਵਿੱਚ ਉਹਨਾਂ ਦੀ ਨਿਯੁਕਤੀ ਹੋਈ ਹੈ, ਤੇ ਉਹਨਾਂ ਨੇ ਜਿਹੜਾ 2 ਸਾਲ ਰਹਿਣਾ ਹੁੰਦਾ ਹੈ। ਸਰਕਾਰ ਬਦਲ ਕੀ ਸੀ, ਸਰਕਾਰ ਨੇ ਕੁਝ ਸਮਾਂ ਰੱਖਿਆ ਤੇ ਫਿਰ ਉਹਨਾਂ ਨੂੰ ਛੁੱਟੀ ਜਾਣ ਲਈ ਮੇਰਾ ਖਿਆਲ ਕਿਹਾ ਹੋਣਾ, ਤਾਂ ਉਹਨਾਂ ਨੇ ਸੈਂਟਰ ਦੇ ਵਿੱਚ ਡੈਪੂਟੇਸ਼ਨ ਵੀ ਮੰਗਿਆ ਸੀ, ਡੈਪੂਟੇਸ਼ਨ ਹਾਲੇ ਤੱਕ ਮਿਲਿਆ ਨਹੀਂ। ਡੈਪੂਟੇਸ਼ਨ ਮਿਲਣ ਵੇਲੇ ਤਾਂ ਕੁਝ ਛੁੱਟੀ ਹੋਰ ਵਧਾਉਂਦੇ ਹੈ ਜਾਂ ਉਹ ਦੁਬਾਰਾ ਆ ਕੇ ਟੇਕ ਓਵਰ ਕਰਦੇ ਹੈ। ਇਹ ਤੋਂ ਅੱਗੇ ਹੈ ਮੇਰਾ ਖਿਆਲ ਅਜੇ ਤੱਕ ਗੌਰਵ ਯਾਦਵ ਸਾਹਿਬ ਦਾ ਜਿਹੜਾ ਇਹਨਾਂ ਨੂੰ ਰੈਗੂਲਰ ਕਰਨ ਵਾਸਤੇ ਪਰਮਾਨੈਂਟ DGP ਲੈਣ ਵਾਸਤੇ ਉਹ ਉਨੀ ਦੇਰ ਨਹੀਂ ਹੋ ਸਕਦਾ ਜਿੰਨੀ ਦੇਰ ਭਾਵਰਾ ਸਾਹਿਬ ਨਹੀਂ ਕਿਤੇ ਜਾਂਦੇ। ਇਸੇ ਕਰਕੇ ਇਹੀ ਕਾਰਨ ਹੈ ਕਿ ਅਜੇ ਤੱਕ ਪੰਜਾਬ ਸਰਕਾਰ ਨੇ ਜੀ UPSC ਦੇ ਕੋਲੇ ਕੋਈ ਰਿਕੁਐਸਟ ਨਹੀਂ ਭੇਜੀ, ਕਿਉਂਕਿ ਐਕਟਿੰਗ DGP ਹੈ, ਭਾਵਰਾ ਸਾਹਿਬ ਰੈਗੂਲਰ DGP ਹੈ ਜੀ। ਰੈਗੂਲਰ DGP ਜੇ ਨਵੀਂ ਨਿਯੁਕਤੀ ਤੇ ਜਾਂਦੇ ਆ ਕਿਤੇ, ਉਹਨਾਂ ਦੀ ਡੈਪੂਟੇਸ਼ਨ ਤੇ ਹੁੰਦੀ ਹੈ, ਸੀਟ ਖਾਲੀ ਹੋਊਗੀ ਤੇ ਫਿਰ ਇਹ ਲਿਖਣਗੇ। ਪਰ ਕੁੱਲ ਮਿਲਾ ਕੇ ਜੇ ਦੇਖੀਏ ਆਪਾਂ ਤਾਂ ਯਾਦਵ ਸਾਹਿਬ ਦਾ ਕੰਮ ਜਿਹੜਾ ਉਹ ਠੀਕ ਹੈ, ਤਸੱਲੀ ਬਖਸ਼ ਹੈ। ਲਗਭਗ ਮੇਰਾ ਖਿਆਲ ਹੈ ਵੀ ਸਾਰੇ ਪੰਜਾਬ ਦਾ ਦੌਰਾ ਉਹਨਾਂ ਨੇ ਕਰ ਲਿਆ, ਔਰ ਇਹ ਵੀ ਵੱਡੀ ਗੱਲ ਹੈ ਜੀ ਕਿ ਐਡੀ ਛੇਤੀ ਆਜ਼ਰਬਾਈਜਾਨ ਦੇ ਵਿੱਚੋਂ ਬੰਦੇ ਦਾ ਆਪਣਾ ਕਾਬੂ ਹੋ ਜਾਣਾ, ਤੇ ਨਾਲ ਦੂਜੇ ਪਾਸੇ ਕੀਨੀਆ ਤੱਕ ਜਿਹੜਾ ਪਹੁੰਚ ਜਾਣਾ ਹੈ। ਯਾਦਵ ਸਾਹਿਬ ਦੀ ਕੱਲ ਇਹ ਆਈ ਵੀ ਸੀ ਸਟੇਟਮੈਂਟ ਕਿ ਅਸੀਂ ਜਿਹੜਾ ਸਾਡਾ ਇੰਟੈਲੀਜੈਂਸ ਵਿੰਗ ਹੈ ਜੀ, ਇੰਟੈਲੀਜੈਂਸ ਵਿੰਗ ਦੇ ਨਾਲ ਅਸੀਂ ਜਿਹੜੀ ਹੈਗੀ ਲੋਕੇਸ਼ਨ ਟਰੇਸ ਕੀਤੀ ਹੈ ਕਿ ਜਿਹੜਾ ਹੈਗਾ ਅਨਮੋਲ ਬਿਸ਼ਨੋਈ ਉਹ ਕੀਨੀਆ ਚ ਪਹੁੰਚ ਗਿਆ ਕੈਨੇਡਾ ਚ, ਕਿਉਂਕਿ ਇਹਨਾਂ ਕੋਲੇ ਢਿੱਲੋਂ ਸਾਹਿਬ ਬੜਾ ਸਿਸਟਮ ਹੈ। ਜੋ ਇੱਕ ਬੜੀ ਇੰਟਰਸਟਿੰਗ ਡਾਕੂਮੈਂਟਰੀ ਦੇਖ ਰਿਹਾ ਸੀ, ਕਿਉਂਕਿ ਕਿਸ ਤਰ੍ਹਾਂ ਟਰੈਕ ਲਾਉਂਦੇ ਨੇ, ਕਿਸ ਤਰ੍ਹਾਂ ਚੀਜ਼ਾਂ ਚੱਲਦੀਆਂ ਨੇ, ਤੇ ਬੜੇ ਕੋਡ ਨੇ, ਬੜੇ ਸੌਫਟਵੇਅਰ ਨੇ ਕਿ ਬੰਦੇ ਦੀ ਮੂਵਮੈਂਟ ਜਿਹੜੀ ਹੈ ਤੁਸੀਂ ਉਹ ਟਰੈਕ ਕਰ ਲੈਣੇ, ਭਾਵੇਂ ਲੱਖੋਂ ਜਾਲੀ ਪਾਸਪੋਰਟ ਬਣਾ ਲਏ, ਫਿੰਗਰਪ੍ਰਿੰਟਸ ਤੱਕ ਵੀ ਚਲੋ ਉਹ ਤਾਂ ਜਿਹੜੀਆਂ ਮਿਲ ਜਾਂਦੇ ਨੇ, ਬੜਾ ਕੁਝ ਹੋ ਜਾਂਦਾ ਹੈ ਜਾਲੀ ਪਾਸਪੋਰਟ ਦੇ ਵਿੱਚ। ਤੇ ਅੱਜ ਇੰਡੀਅਨ ਐਕਸਪ੍ਰੈਸ ਨੇ ਵੀ ਬੜਾ ਡਿਟੇਲ ਦੇ ਵਿੱਚ ਆਲਾ ਦੁਆਲਾ ਘੇਰ ਕੇ ਜਿਹੜਾ ਲੈ ਵੀ ਕਿਸ ਤਰ੍ਹਾਂ ਜਿਹੜਾ ਇਹਨੂੰ ਸਿੱਧੂ ਮੂਸੇ ਵਾਲੇ ਨੂੰ ਆਊਟਰ ਰਿੰਗ ਫਿਰ ਇਨਰ ਰਿੰਗ ਆ ਜਿਹੜਾ ਉਹ ਬਣਾ ਕੇ ਦਿਖਾਇਆ। ਤੇ ਕਾਫੀ ਬੰਦੇ ਇਹਦੇ 'ਚ, ਜੇਕਰ ਮੈਂ ਹੁਣੇ ਦੇਖ ਰਿਹਾ 2 ਮਿੰਟ ਪਹਿਲਾਂ ਮੈਂ ਸਵੇਰੇ ਪੜ੍ਹੀ ਸੀ ਥੋੜ੍ਹੀ ਜਿਹੀ, ਪਰ ਗੋਲਡੀ ਬਰਾੜ ਤੋਂ ਲੈ ਕੇ ਅਨਮੋਲ ਬਿਸ਼ਨੋਈ, ਜਗਦੀਪ ਸਿੰਘ, ਜੱਗੂ ਭਗਵਾਨਪੁਰੀਆ, ਦੀਪਕ ਇਲਿਆਸ, ਥੋੜ੍ਹਾ ਜਿਹਾ ਮੈਨੂੰ ਦੇਖਣਾ ਜਿਹਾ ਔਖਾ ਜਿਹਾ ਹੋਇਆ ਪਿਆ ਕਿਉਂਕਿ ਉਹ ਇਹ ਸਾਰਾ ਕੁਝ ਉਹੀ ਹੈ ਜਿਹੜੀ SIT ਨੇ ਚਲਾਨ ਪੇਸ਼ ਆਪਣੀ ਚਾਰਜ ਸ਼ੀਟ ਦਾਇਰ ਕੀਤੀ ਹੈ। ਚਾਰਜ ਸ਼ੀਟ ਦੇ ਵਿੱਚ ਹੀ ਸਭ ਕੁਝ ਹੈਗਾ ਇਹ, ਉਹ ਚਾਰਜ ਸ਼ੀਟ ਦੇ ਵਿੱਚੋਂ ਹੀ ਕਿਉਂਕਿ ਜਿਹੜੇ ਪੱਤਰਕਾਰ ਫਿਰ ਕੋਸ਼ਿਸ਼ ਕਰ ਲੈਂਦੇ ਹਾਸਲ ਕਰ ਲੈਂਦੇ ਚਾਰਜ ਸ਼ੀਟ ਹਾਸਲ ਕਰਕੇ ਫਿਰ ਉਹਦੇ ਤੋਂ ਆਪਣੀ ਉਹ ਖਬਰ ਡਿਵੈਲਪ ਕਰ ਲੈਂਦੇ, ਔਰ ਉਹ ਗੱਲ ਕਿਉਂਕਿ ਜਿਹੜੀ ਹੁਣ ਤਾਂ ਪਬਲਿਕ ਡਾਕੂਮੈਂਟ ਬਣ ਗਿਆ ਜੀ। ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਅੱਛਾ ਬੋਨਸ ਵੀ ਦਿੰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਲਓ। ਇਹ ਤੁਹਾਨੂੰ ਵਧੀਆ ਕੰਮ ਦਿੰਦੇ ਨੇ ਤੇ ਪੂਰਾ ਤੁਸੀਂ ਇੰਜੋਏ ਆਪਣਾ ਜਿਹੜਾ ਘਰੇ ਟਾਈਮ ਵੀ ਬਤੀਤ ਕਰ ਸਕਦੇ ਹੋ।
ਕਿਸੇ ਤਰ੍ਹਾਂ ਦੀ ਨਿਊਯਾਰਕ, ਨਿਊ ਜਰਸੀ ਜਾਂ ਆਲੇ ਦੁਆਲੇ ਕੋਈ ਕੈਟਰਿੰਗ ਕਰਵਾਉਣੀ ਹੈ ਤਾਂ ਮੰਗੀ ਹੋਰਾਂ ਦਾ ਨਾਂ ਯਾਦ ਰੱਖੋ 3475670015 ਤੇ ਜੇਕਰ ਤੁਹਾਡਾ ਸਟੋਰ ਹੈ ਤੇ ਤੁਸੀਂ ਇਨਕਮ ਵਧਾਉਣੀ ਚਾਹੁੰਦੇ ਹੋ ਤਾਂ ਤੁਸੀਂ ਜੇ ਗਰੁੱਪ 62 ਹੋਰਾਂ ਦੇ ਨਾਲ 2063806222 ਦੇ ਉੱਤੇ ਕਾਲ ਕਰਕੇ ਤੁਸੀਂ ਉਹਨਾਂ ਤੋਂ ਕੁਝ ਆਈਡੀਆਜ਼ ਲੈ ਸਕਦੇ ਹੋ। ਤੇ ਹੁਣ ਢਿੱਲੋਂ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ SIT ਪ੍ਰਤੀ ਬੜੀਆਂ ਤਿਉੜੀਆਂ ਸਖਤ ਨਜ਼ਰ ਆਈਆਂ, ਕਹਿੰਦੇ ਮੈਂ ਨਹੀਂ ਪੇਸ਼ ਹੁੰਦਾ। ਨਹੀਂ ਖੈਰ ਪੇਸ਼ ਹੋਣ ਤੋਂ ਤਾਂ ਇਨਕਾਰ ਨਹੀਂ ਕੀਤਾ, ਪਰ ਗੱਲ ਜਿਹੜੀ ਖਬਰ ਆ ਰਹੀ ਸੀ ਨਾ ਕੱਲ ਪਰਸੋਂ ਤੋਂ ਜੀ ਕਿ ਸੁਖਬੀਰ ਸਿੰਘ ਬਾਦਲ SIT ਦੇ ਅੱਗੇ ਪੇਸ਼ ਨਹੀਂ ਹੋਣਗੇ, ਉਹ ਖਬਰ ਨੂੰ ਅਸਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਤੋੜ ਮਰੋੜ ਕੇ ਬਹੁਤ ਪੇਸ਼ ਕੀਤਾ ਗਿਆ। ਅੱਛਾ ਜੀ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਸੁਖਬੀਰ ਸਿੰਘ ਬਾਦਲ SIT ਦੇ ਅੱਗੇ ਪੇਸ਼ ਹੋਣੇ, ਖਬਰ ਤਾਂ ਬਹੁਤ ਦਿਨਾਂ ਦੀ ਆਈ ਜਾਂਦੀ ਹੈ, ਪਰ ਸੁਖਬੀਰ ਸਿੰਘ ਬਾਦਲ ਨੂੰ ਸੰਮਣ ਜਿਹੜੇ ਆ ਉਹ ਤਮੀਲ ਨਹੀਂ ਕਰਵਾਏ ਗਏ। ਅੱਛਾ ਜੀ। ਔਰ ਅਗਲੀ ਗੱਲ ਜਿਹੜੀ ਆਪਾਂ ਆਮ ਆਦਮੀ ਪਾਰਟੀ ਬਾਰੇ ਗੱਲ ਕਹਿੰਦੇ ਹੁੰਦੇ ਆ ਕਿ ਇਹ ਇਵੈਂਟ ਮੈਨੇਜਮੈਂਟ ਮਾਸਟਰ, ਬਿਲਕੁਲ ਇਵੈਂਟ ਜਿਹੜੀ ਹੈਗੀ ਉਹ ਮੈਨੇਜ ਕਰਦੀ ਹੈ। ਇਹਨੂੰ ਵੀ ਬਾਤ ਦਾ ਬਤੰਗੜ ਜਾਂ ਖੰਭਾਂ ਦੀਆਂ ਡਾਰਾਂ ਇਹਨਾਂ ਨੂੰ ਬਣਾਉਣੀਆਂ, ਇਹਨਾਂ ਨੂੰ ਵੀ ਇੱਕ ਇਵੈਂਟ ਹੀ ਬਣਾਇਆ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ SIT ਨੇ ਤਲਬ ਕਰ ਲਿਆ ਜੀ। ਹਾਲਾਂਕਿ ਮਾਨਯੋਗ ਹਾਈ ਕੋਰਟ ਦਾ ਹੁਕਮ ਸੀ ਕਿ SIT ਦੀ ਕਾਰਗੁਜ਼ਾਰੀ ਬਾਰੇ, SIT ਦੀ ਕਾਰਵਾਈ ਬਾਰੇ ਮੀਡੀਆ ਨਾਲ ਕੋਈ ਗੱਲ ਸ਼ੇਅਰ ਨਹੀਂ ਕਰਨੀ, ਪਰ ਮੀਡੀਆ ਨਾਲ SIT ਨੇ ਤਾਂ ਕੀਤੀ ਨਹੀਂ ਗੱਲ ਸ਼ੇਅਰ। ਜੀ ਜੀ। ਇਹ ਗੱਲ ਜਦੋਂ ਇਹਨਾਂ ਨੂੰ ਜਾਣਕਾਰੀ ਮਿਲ ਗਈ, ਇਹਨਾਂ ਦੀ ਜਿਹੜੀ IT ਸੈੱਲ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕੀਤਾ SIT ਨੇ ਜੀ, ਕਿਉਂਕਿ ਸਰਕਾਰ ਆ, ਸਰਕਾਰ ਦੇ ਕੋਲ ਤਾਂ ਕੋਈ ਗੱਲ ਕਰ ਗੁੱਝੀ ਰਹਿੰਦੀ ਨਹੀਂ, ਉਦੋਂ ਹੀ ਇਹ ਖਬਰ ਅਖਬਾਰਾਂ ਵਾਸਤੇ ਲੀਕ ਕਰਤੀ ਸੀ ਜੀ। ਅਖਬਾਰਾਂ ਵਾਸਤੇ ਲੀਕ ਕਰਨ ਤੋਂ ਬਾਅਦ ਫਿਰ ਇਹੀ ਚੀਜ਼ ਜਿਹੜੀ ਹੈਗੀ ਹੈ ਇਹਨਾਂ ਦੇ ਵਜ਼ੀਰਾਂ ਨੇ ਵੀ ਕਹਿਣਾ ਸ਼ੁਰੂ ਕਰਤੀ ਸੀ, ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ, ਕਿ ਹੁਣ ਬਚ ਕੇ ਜਾਊਗਾ ਕਿੱਥੇ ਸੁਖਬੀਰ ਸਿੰਘ ਬਾਦਲ। ਫਿਰ ਜੇ ਆਪਾਂ ਦੇਖੀਏ ਤਾਂ ਜਿਹੜੇ ਇਹਨਾਂ ਦੇ ਸਪੋਕਸ ਪਰਸਨ ਹੈ ਜੀ, ਸਪੋਕ ਪਰਸਨ ਸਾਹਿਬ ਵੀ ਜਿਹੜੇ ਹੈਗੇ ਆ, ਜਿਹੜੇ ਸਹਿਬਾਨ ਹੈ ਪੜ੍ਹਨ ਨੂੰ ਕਹਿ ਦਈਏ ਸਪੋਕਸ ਪਰਸਨ, ਉਹ ਵੀ ਜਦੋਂ ਮੀਡੀਆ ਦੇ ਸਾਹਮਣੇ ਡਿਬੇਟਾਂ 'ਚ ਬਹਿੰਦੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਕਿ ਜੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਜੀ। ਸੁਖਬੀਰ ਸਿੰਘ ਬਾਦਲ ਕਹਿ ਰਹੇ ਸੀ ਜੀ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਕੀਤਾ। ਕੱਲ ਪੇਸ਼ੀ ਸੀ ਜੀ, ਸੁਖਬੀਰ ਸਿੰਘ ਬਾਦਲ ਉਸ ਪੇਸ਼ੀ ਦੇ ਉੱਤੇ ਨਹੀਂ ਗਿਆ, ਫਿਰ ਇਹ ਗੱਲ ਕਰਤੀ ਬਣਾ ਕੇ ਪੇਸ਼ ਕਰਤੀ ਕਿ ਜੀ ਸੁਖਬੀਰ ਸਿੰਘ ਬਾਦਲ ਆ ਨਹੀਂ ਰਿਹਾ। ਸੁਖਬੀਰ ਸਿੰਘ, ਜਿਵੇਂ ਸੁਖਬੀਰ ਸਿੰਘ ਬਾਦਲ SIT ਤੋਂ ਬਾਗੀ ਹੋਵੇ, ਲੇਕਿਨ ਇੱਕ ਗੱਲ ਨੂੰ ਭੁੱਲਦੇ ਜੀ ਕਿ ਸੁਖਬੀਰ ਸਿੰਘ ਬਾਦਲ ਦੀ ਕੱਲ ਇੱਕ ਪੁਰਾਣੇ ਕੇਸ ਦੇ ਵਿੱਚ ਜੀਰੇ ਪੇਸ਼ੀ ਸੀ। ਅੱਛਾ ਜੀ। ਤੁਹਾਡੇ ਯਾਦ ਹੋਣਾ ਇੱਕ ਵਾਰੀ ਇਹਨਾਂ ਨੇ ਪੁਲ ਰੋਕਿਆ ਸੀ, ਹਾਂ, ਉਹ ਮਖੂ ਵਾਲਾ ਹਾਈਵੇ ਮਖੂ ਵਾਲਾ ਪੁਲ ਰੋਕਿਆ ਸੀ, ਉਹ ਨੈਸ਼ਨਲ ਹਾਈਵੇ, ਉਹਦੇ ਤੇ ਮੇਰੇ ਖਿਆਲ ਨੈਸ਼ਨਲ ਹਾਈਵੇ ਦਾ ਇੱਕ ਐਕਟ ਅਲੱਗ ਬਣੇ, ਬਿਲਕੁਲ ਉਸ ਐਕਟ ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀ। ਤੇ ਮੈਂ ਯਾਦ ਵੀ ਕਰਵਾ ਦੇਵਾਂ, ਉਦੋਂ ਸ਼ਾਇਦ ਬਰਮਪੁਰਾ ਸਾਹਿਬ ਸੀ ਜਿਨ੍ਹਾਂ ਦੀ ਰਜਾਈ ਦੇ ਵਿੱਚ ਇਹ ਸੁੱਤੇ ਸੀ, ਸੁਖਬੀਰ ਸਿੰਘ ਬਾਦਲ ਹੋਰੀ ਸੁੱਤੇ ਸੀ ਜਾਂ ਉਹ ਇੱਕ ਨਾਟਕ ਕੀਤਾ ਜੋ ਵੀ ਸੀ, ਦਿਖਾਇਆ ਸੀ ਕਿ ਸੀਨੀਅਰ ਆਗੂ ਦੇ ਨਾਲ ਜਿਹੜੇ ਹੈਗੇ ਆ ਉਹ ਬੈਠੇ ਹੈ। ਬਿਕਰਮ ਸਿੰਘ ਮਜੀਠੀਆ ਵੀ ਸੀ, ਸ਼ਾਇਦ ਬਿਕਰਮ ਸਿੰਘ ਮਜੀਠੀਆ ਨੇ ਕੱਲ ਛੁੱਟੀ ਲੈ ਲਈ ਹੋਵੇ, ਇਹ ਕਈ ਜਾਣੇ ਸੀ। ਉਹਦੇ 'ਚ ਉਹਨਾਂ ਦੀ ਪੇਸ਼ੀ ਸੀ। ਹੁਣ ਅਦਾਲਤ ਦੇ ਵੱਲੋਂ ਜੇ ਤੁਹਾਡੀ ਪੇਸ਼ੀ ਨੀਅਤ ਕੀਤੀ ਹੋਵੇ ਤੇ ਭਾਵੇਂ ਤੁਹਾਨੂੰ SIT ਦਾ ਸੰਮਣ ਮਿਲ ਵੀ ਜਾਵੇ, ਤਾਂ ਵੀ ਉੱਧਰ ਜਾਣਾ ਜ਼ਰੂਰੀ ਹੈ। ਅਦਾਲਤ ਵੱਡੀ ਹੈ, ਅਦਾਲਤ ਨੂੰ ਤਰਜੀਹ ਦੇਣੀ ਪੈਣੀ ਹੈ, ਪਹਿਲ ਅਦਾਲਤ ਦੀ ਹੈ, ਉੱਥੇ ਜਾਣਾ ਪੈਣਾ ਸੀ। ਸੁਖਬੀਰ ਸਿੰਘ ਬਾਦਲ ਗਏ, ਜਾ ਕੇ ਕੋਈ ਉਹਨਾਂ ਨੇ ਫਿਰ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ SIT ਕੋਲੇ ਪੇਸ਼ ਨਹੀਂ ਹੋਈ, ਉਹ ਕਹਿੰਦਾ ਮੈਨੂੰ ਬੁਲਾਇਆ ਕਦੋਂ ਹੈ? ਅੱਛਾ, ਜਦੋਂ ਮੈਨੂੰ ਬੁਲਾਉਣਗੇ ਤੇ ਮੈਂ ਜਾਊਂਗਾ। ਲਓ ਜੀ, ਫਿਰ SIT ਦਾ ਸ਼ਾਮ ਨੂੰ ਪੱਖ ਆ ਗਿਆ। ਅੱਛਾ, SIT ਵਾਲੇ ਕਹਿੰਦੇ ਜੀ ਅਸੀਂ ਗਏ ਸੀ, ਸੰਮਣ ਲੈ ਕੇ ਗਏ ਸੀ, ਸਾਡਾ ਬੰਦਾ ਗਿਆ ਸੀ। ਗਿਆ ਕਿੱਥੇ ਸੀ ਜੀ? ਚੰਡੀਗੜ੍ਹ ਸੈਕਟਰ 9 ਦੀ ਜਿਹੜੀ ਕੋਠੀ ਹੈ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਹੈ, ਕਹਿੰਦੇ ਜੀ ਉੱਥੇ ਅਸੀਂ ਲੈ ਕੇ ਗਏ ਸੀ। ਅੱਛਾ ਜੀ। ਉੱਥੋਂ ਕਹਿੰਦੇ ਸਾਨੂੰ ਜਵਾਬ ਮਿਲਿਆ ਜਿਹੜੇ ਕੋਠੀ ਦੇ ਵਿੱਚ ਹਾਜ਼ਰ ਸੀ ਸੱਜਣ, ਕਿ ਬਾਦਲ ਸਾਹਿਬ ਤਾਂ ਜੀ ਇੰਡੀਆ 'ਚ ਹੀ ਹੈ ਨਹੀਂ ਗੇ। ਅੱਛਾ, ਉਹ ਤਾਂ ਵਿਦੇਸ਼ ਦੇ ਵਿੱਚ ਗਏ ਵੇ, ਇਸ ਕਰਕੇ ਜੀ ਉਹ ਸਾਡਾ ਬੰਦਾ ਵਾਪਸ ਮੁੜ ਆਇਆ ਸੀ। ਉਹਨਾਂ ਨੂੰ ਨੋਟ ਨਹੀਂ ਕਰਵਾਇਆ ਜਾ ਸਕਿਆ ਸੁਖਬੀਰ ਸਿੰਘ ਬਾਦਲ ਨੂੰ, ਤੇ ਉਹਨਾਂ ਨੂੰ ਦੱਸਦਾ ਸੀ। ਅੱਛਾ, ਉਹਨਾਂ ਦਾ ਜਿਹੜਾ ਕੇਅਰ ਟੇਕਰ ਸੀ। ਵੈਸੇ ਹਾਈ ਕੋਰਟ, ਸੁਪਰੀਮ ਕੋਰਟ ਦੀਆਂ ਹਦਾਇਤ ਜਿਹੜੀਆਂ ਨਵੀਆਂ ਹੁਣ ਕੁਝ WhatsApp ਤੇ ਵੀ ਭੇਜ ਸਕਦੇ, ਉਹ ਕਹਿੰਦੇ ਵੀ ਤੁਸੀਂ ਸੰਮਨ WhatsApp ਤੇ ਵੀ ਭੇਜ ਸਕਦੇ ਹੋ। ਜੇ WhatsApp ਦੇ ਉੱਤੇ ਵੀ ਬੰਦਾ ਸੰਮਨ ਦੇਖ ਲੈਂਦਾ, ਅਸੀਂ WhatsApp ਦੇ ਉੱਤੇ ਕਿਉਂ ਨਹੀਂ ਭੇਜਿਆ? ਉਹਨਾਂ ਦਾ ਮੁੱਖ ਕਾਰਨ ਇਹ ਹੈ ਕਿ ਇਹ ਜਿਹੜੀ ਹੈਗੀ ਹੈ ਇਵੈਂਟ ਮੈਨੇਜਮੈਂਟ ਕਰਨੀ ਸੀ। ਜੀ, ਚਰਚਾ ਹੋਵੇ ਅਖਬਾਰਾਂ ਦੇ ਵਿੱਚ, ਇਹ ਗੱਲ ਹੋ ਜੇ ਜੀ ਮਾਨ ਸਰਕਾਰ ਆ ਗਈ ਜੀ ਹੁਣ ਐਕਸ਼ਨ ਦੇ ਵਿੱਚ, ਤੇ ਤੁਹਾਨੂੰ ਪਤਾ ਫਿਰ ਜਿਹੜਾ ਗੋਦੀ ਮੀਡੀਆ ਜਾਂ ਗੋਦੀ ਮੀਡੀਆ ਦੇ ਪੈਰ 'ਚ ਪੈਰ ਮਾਰਨ ਵਾਲਾ ਮੀਡੀਆ, ਜਿਹਨੂੰ ਹਲੇ ਅਸੀਂ ਗੋਦੀ ਮੀਡੀਆ ਦਾ ਪਰਮਾਨੈਂਟ ਸਰਟੀਫਿਕੇਟ ਤਾਂ ਨਹੀਂ ਦੇ ਸਕਦੇ, ਲੇਕਿਨ ਉਹ ਫਿਰ ਵੀ ਸਰਕਾਰ ਦੇ ਜਿਹੜੇ ਇਸ਼ਤਿਹਾਰ ਅਸ਼ਤੂਰ ਜੇ ਹੁੰਦੇ ਆ, ਲਟਰਮ ਪਟਰਮ ਹੁੰਦਾ ਹੈ, ਹੋਰ ਕੋਈ ਫੈਸਿਲਿਟੀ ਹੁੰਦੀ, ਉਹ ਵੀ ਕਹਿਣਗੇ ਦੇਖੋ ਜੀ, ਦੇਖੋ ਉਹ ਤਾਂ ਹੁਣ ਤਾਂ ਕੱਢ ਦੇਣਗੇ ਜੀ, ਬਟ ਸੁਖਬੀਰ ਸਿੰਘ ਬਾਦਲ ਨੂੰ ਬਚਣ ਨੂੰ ਤਾਂ ਹੀ ਕੋਈ ਨਹੀਂ। ਲਓ ਜੀ, ਹੁਣ ਅਗਲੀ ਪੇਸ਼ੀ ਵੀ ਦੇਤੀ ਸੁਖਬੀਰ ਸਿੰਘ ਬਾਦਲ ਨੂੰ ਜੀ,
ਉਹ ਦਿੱਤੀ 14 ਸਤੰਬਰ ਦੀ। ਹੂੰ ਹੁਣ ਗੱਲ ਇਹ ਕਿ ਬੰਦਾ ਜੇ ਕੱਲ ਪੇਸ਼ ਨਹੀਂ ਹੋਇਆ 14 ਸਤੰਬਰ ਦੀ, ਫਿਰ 14 ਦਿਨਾਂ ਦੀ ਕਿਉਂ ਦਿੱਤੀ? ਹੂੰ ਪਰ ਨਾਲ ਹੀ ਫਿਰ ਇਵੈਂਟ ਮੈਨੇਜਮੈਂਟ ਬਣਾ ਲਈ, ਬਣਾ ਲਈ। ਅੱਛਾ, ਫੇਰ ਬਣਾ ਲਈ। ਇੱਕ ਹੋਰ ਬਣਾ ਲਈ। ਹੂੰ ਹੁਣ 6 ਤਾਰੀਖ ਦੀ ਹੋਰ ਇੱਕ ਪੇਸ਼ੀ ਦੇਤੀ। ਅੱਛਾ, ਪਹਿਲਾਂ ਹੀ। ਪਹਿਲਾਂ ਨਹੀਂ, ਉਹ ਦੇਤੀ ਕਾਹਦੇ ਚੋਂ? ਪਹਿਲੀ ਜਿਹੜੀ ਇਹਨਾਂ ਦੀ ਪੇਸ਼ੀ ਹੈ ਕਿ ਆਓ ਜੀ ਤੁਸੀਂ ਪੇਸ਼ ਹੋਵੋ SIT ਦੇ ਸਾਹਮਣੇ, ਜੀ। ਉਹ ਹੈਗੀ ਹੈ ਕੋਟਕਪੂਰਾ ਮਾਮਲੇ ਗੋਲੀकांड ਤੇ। ਵਾਲੀ। ਹੂੰ ਜਿਹੜੀ ਹੁਣ ਦੂਜੀ SIT ਆਪਣੀ ਦਿੱਤੀ ਹੈ, ਪੇਸ਼ੀ ਦਿੱਤੀ ਹੈ, ਜੀ। ਉਹ ਦਿੱਤੀ ਹੈ ਕਿ ਇੱਕ ਹੋਰ ਜਿਹੜੀ ਹੈਗੀ ਕਮੇਟੀ SIT ਹੂੰ ਨੌ ਨਿਹਾਲ ਸਿੰਘ ਦੀ ਅਗਵਾਈ ਵਾਲੀ, ਬਾਈਬਲ ਕਲਾਂ ਵਾਲੀ, ਅੱਛਾ ਜੀ। ਉਹਦੇ ਸਾਹਮਣੇ ਪੇਸ਼ ਹੋਵੋ। ਹੂੰ ਸੁਖਬੀਰ ਸਿੰਘ ਬਾਦਲ ਦਾ ਇਹਦੇ ਤੇ ਪ੍ਰਤੀਕਰਮ ਆ ਗਿਆ ਹੈ। ਜੀ। ਉਹਦਾ ਯਾਰ ਜਿੰਨੇ ਮਰਜ਼ੀ ਸਮਨ ਭੇਜ ਦੇਣ, ਮੈਂ ਡਰਦਾ ਰੋਜ਼ਾ ਨਹੀਂ। ਓਕੇ। ਮੈਨੂੰ ਜਿੱਥੇ ਬੁਲਾਉਣਗੇ ਮੈਂ ਜਾਊਂਗਾ। ਹੂੰ 14 ਸਤੰਬਰ ਵਾਲੀ ਗੱਲ ਤੇ ਵੀ ਉਹ ਕਹਿੰਦਾ ਮੈਂ ਜਾਊਂਗਾ, ਮੈਂ ਜਾਊਂਗਾ, ਠੀਕ ਜਾਊਂਗਾ ਹੈ। ਕਿ ਮੈਂ ਤਾਂ ਜਵਾਬ ਦਿੱਤਾ ਹੀ ਨਹੀਂ। ਹੂੰ ਮੈਂ ਜਾ ਕੇ ਪੇਸ਼ ਹੋਊਂਗਾ। ਔਰ ਇਹ ਤੋਂ ਪਹਿਲਾਂ ਵੀ ਉਹਨਾਂ ਦੇ ਜਿਹੜੇ ਸਪੋਕਸ ਪਰਸਨ ਹੈ, ਹੂੰ ਮੈਂ ਉਹਨਾਂ ਦੀ ਗੱਲ ਵੀ ਸੁਣੀ ਸੀ, ਮਿਸਟਰ ਕਲੇਰ ਹੈ, ਜੀ। ਕਲੇਰ ਹੋਰੀ ਇੱਕ ਡਿਬੇਟ 'ਚ ਕਹਿ ਰਹੇ ਸੀ, ਉਹ ਕਹਿੰਦੇ 3 ਹਿੱਸਿਆਂ ਦੇ ਵਿੱਚ ਆਪਾਂ ਵੀ ਦੱਸਦੇ ਹਾਂ ਕਿ ਜਿਹੜਾ ਬੇਅਦਬੀ ਕਾਂਡ ਹੈ 3 ਹਿੱਸਿਆਂ 'ਚ ਵੰਡਿਆ ਹੋਇਆ। ਵੰਡਿਆ ਹੋਇਆ ਅੱਡੋ ਅੱਡ ਦੱਸਣਾ ਚਾਹੀਦਾ। ਹਾਂ, ਇੱਕ ਹਿੱਸਾ ਤਾਂ ਉਹ ਹੈ ਜਿਹੜੀ ਸੱਚਮੁੱਚ ਬੇਅਦਬੀ ਹੋਈ ਹੈ, ਪਿੰਡ ਜਵਾਹਰ ਸਿੰਘ ਵਾਲੇ ਤੋਂ। ਗੁਰੂ ਸਾਹਿਬ ਦੀ ਜਦੋਂ ਬੀੜ ਚੋਰੀ ਹੁੰਦੀ ਹੈ, ਹੂੰ ਫਿਰ ਉਹਦੇ ਸੰਬੰਧ ਵਿੱਚ ਇਸ਼ਤਿਹਾਰ ਲੱਗਦੇ ਹੈ। ਜੀ। ਤੇ ਤੀਜਾ 12 ਅਕਤੂਬਰ 2015 ਨੂੰ ਜਦੋਂ ਗੁਰੂ ਸਾਹਿਬ ਦੇ ਅੰਗ ਉੱਥੇ ਗਲੀਆਂ 'ਚ ਮਿਲਦੇ ਹੈ। ਹੂੰ ਇਹ 3 ਕੇਸ ਹੈ ਜੀ। ਇਹ 3 ਕੇਸ ਅਸੀਂ ਕਹਾਂਗੇ ਨਰੋਲ ਬੇਅਦਬੀ ਵਾਲੇ ਕੇਸ ਹੈ। ਇਹਨਾਂ ਕੇਸਾਂ ਦੀ ਜਿਹੜੀ ਤਫਤੀਸ਼ ਹੈ ਹੂੰ ਜਾਂ ਜਿਹੜੀ ਜਾਂਚ ਹੈ ਉਹ SIT ਕਰ ਰਹੀ ਹੈ। ਉਹਦੇ ਨਾਲ ਹੀ ਕਿ ਆਪਣੇ ਨੌਨੇ ਵਾਲੀ ਜੀ, ਉਹ ਇੱਕ ਹੋਰ ਹੈਗੇ IG ਜਿਹੜੇ ਹੈਗੇ ਹੈ, ਬਾਣ ਪ੍ਰਮੋਦ ਬਾਣ ਨਹੀਂ ਉਹ ਮੇਰੇ ਦਿਮਾਗ ਚੋਂ ਨਿਕਲ ਗਿਆ। ਪ੍ਰਮੋਦ ਬਾਣ ਨਹੀਂ ਹੈਗੇ, ਪ੍ਰਮੋਦ ਬਾਣ ਨਹੀਂ, ਹੋਰ ਆਪਣੇ ਇੱਥੇ ਮੇਰੇ ਖਿਆਲ SP ਵੀ ਰਹਿ ਕੇ ਗਏ ਹੈ। ਚਲੋ ਆ ਜਾਂਦੀ ਹੈ, ਉਹ ਕਰ ਰਹੇ ਹੈ। ਤੇ ਦੂਜੀ ਦੀ ਕਰ ਰਹੇ ਹੈ ਉਹਦੇ ਸੰਬੰਧ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਰਿਪੋਰਟ ਜਿਹੜੀ ਹੈਗੀ ਹੈ, ਫਾਈਨਲ ਰਿਪੋਰਟ। ਫਾਈਨਲ ਰਿਪੋਰਟ ਜਿਹੜੇ ਭਾਈ ਅਮਰੀਕ ਸਿੰਘ ਹੁਣੀ ਹੈ, ਭਾਈ ਅਮਰੀਕ ਸਿੰਘ ਹੋਰਾਂ ਨੂੰ ਤੇ ਉਹਨਾਂ ਦੇ ਨਾਲ ਕੁਝ ਸੱਜਣ ਹੋਰ ਗਏ ਸੀ ਜੀ। ਇੱਕ ਪੰਥਕ ਡੈਪੂਟੇਸ਼ਨ ਮਿਲਣ ਵਾਸਤੇ ਗਿਆ ਸੀ ਭਗਵੰਤ ਸਿੰਘ ਮਾਨ ਹੋਰਾਂ ਨੂੰ। ਹੂੰ ਉਸ ਪੰਥਕ ਕਮੇਟੀ ਨੂੰ ਉਹਨਾਂ ਨੇ ਉਹ ਫਾਈਨਲ ਰਿਪੋਰਟ ਕਿਤਾਬ ਦੀ ਸ਼ਕਲ ਦੇ ਵਿੱਚ ਪੇਸ਼ ਕੀਤੀ ਸੀ ਸੁਖਬੀਰ ਸਿੰਘ ਬਾਦਲ ਨੇ। ਹੁਣ ਕਲੇਰ ਸਾਹਿਬ ਕਹਿੰਦੇ ਵੀ ਉਹ ਰਿਪੋਰਟ ਪੜ੍ਹ ਲਓ ਜੀ। ਉਸ ਰਿਪੋਰਟ ਦੇ ਵਿੱਚ ਤਾਂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਨਾਂ ਹੀ ਹੈ ਨਹੀਂ। ਬੇਅਦਬੀ ਦੇ ਵਿੱਚ ਉਹਨਾਂ ਦਾ ਨਾਂ ਹੀ ਹੈ ਨਹੀਂ, ਇਸ ਕਰਕੇ ਬੇਅਦਬੀ ਵਾਲੇ ਮਾਮਲੇ 'ਚ ਕਿਉਂ ਜੁੜਿਆ ਜਾਂਦਾ ਜੀ। ਰਹੀ ਗੱਲ, ਉਹ ਕਹਿੰਦੇ ਆ ਵੀ ਜਿਹੜੀ ਫਾਇਰਿੰਗ ਹੋਈ ਹੈ ਕੋਟਕਪੂਰੇ, ਉਹ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਕਈ ਵਾਰੀ ਪਹਿਲਾਂ ਕਹਿ ਚੁੱਕੇ ਹੈ ਜੀ ਕਿ ਫਾਇਰਿੰਗ SDM ਨੇ ਹੁਕਮ ਦਿੱਤਾ ਸੀ ਫਾਇਰਿੰਗ ਕਰਨ ਦਾ। ਅੱਛਾ ਜੀ। SDM ਨੂੰ ਕਿਹਨੇ ਹੁਕਮ ਦਿੱਤਾ ਹੈ? ਕਹਿੰਦੇ SDM ਨੂੰ ਪੁੱਛੋ, ਮੈਨੂੰ ਕੀ ਪੁੱਛਦੇ ਆ। ਵੈਸੇ ਇਸ ਕੇਸ ਦੇ ਵਿੱਚ ਪਹਿਲਾਂ ਸੁਮੈਤ ਸਿੰਘ ਸੈਣੀ ਦੀ ਪੁੱਛਗਿੱਛ ਹੋ ਚੁੱਕੀ ਹੈ। ਠੀਕ ਹੈ, ਸ਼ਾਇਦ ਮੇਰਾ ਖਿਆਲ ਹੈ ਵੀ ਇਹ ਤੋਂ ਬਾਅਦ SDM ਦੀ ਵੀ ਪੁੱਛਗਿੱਛ ਹੋ ਜੇ ਕਿ ਕਿਹਨੇ ਕਿਹਾ। ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਮੈਂ ਨਹੀਂ ਹੁਕਮ ਦਿੱਤਾ, ਮੈਂ ਨਹੀਂ ਹੁਕਮ ਦਿੱਤਾ। ਸ਼ਾਇਦ ਮੇਰਾ ਖਿਆਲ ਇਹ ਵੀ ਗੱਲ ਵਿੱਚੋਂ ਆ ਰਹੀ ਹੈ ਕਿ ਸ਼ਾਇਦ ਉਸ ਵੇਲੇ ਉਹ ਦੇਸ਼ ਦੇ ਵਿੱਚ ਵੀ ਨਹੀਂ ਸੀ। ਇਹੋ ਜਿਹੀ ਕੋਈ ਗੱਲ ਵੀ ਆ ਰਹੀ ਹੈ। ਪਰ ਕੁੱਲ ਮਿਲਾ ਕੇ ਜਿਹੜੀ ਉਹ ਇਵੈਂਟ ਮੈਨੇਜਮੈਂਟ ਵਾਲੀ ਗੱਲ ਉਹ ਜ਼ਿਆਦਾ ਹੈ। ਅਸੀਂ ਕੋਈ ਸੁਖਬੀਰ ਸਿੰਘ ਬਾਦਲ ਦੇ ਸਕੇ ਨਹੀਂ, ਆਪਾਂ ਸੁਖਬੀਰ ਸਿੰਘ ਬਾਦਲ ਦੀ ਕੋਈ ਵਕਾਲਤ ਨਹੀਂ ਕਰਦੇ ਜੀ। ਲੇਕਿਨ ਜਿਸ ਢੰਗ ਦੇ ਨਾਲ ਹਰ ਚੀਜ਼ ਨੂੰ ਆਪਣੇ ਹੱਕ ਦੇ ਵਿੱਚ ਮੋੜਨ ਦਾ ਯਤਨ ਕੀਤਾ ਜਾ ਰਿਹਾ, ਉਹ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਗਲਤ ਹੈ। ਕਿਉਂਕਿ ਇਹ ਕੰਮ ਪੁਲਿਸ ਦਾ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਉਹਨਾਂ ਦਾ ਕੰਮ ਹੈ। ਇਹ ਨਾ ਤਾਂ ਆਮ ਆਦਮੀ ਪਾਰਟੀ ਦਾ ਕੰਮ ਹੈ ਤੇ ਨਾ ਹੀ ਉਹਨਾਂ ਦੇ ਸਪੋਕਸ ਪਰਸਨ ਜਾਂ ਉਹਨਾਂ ਦੀ IT ਟੀਮ ਦਾ ਕੰਮ ਹੈ। ਇਹਨੂੰ ਉਹ ਮਤਲਬ ਜਿਹੜਾ ਹੈਗਾ ਇਹ ਸਰਕਾਰ ਤੇ ਛੱਡੋ ਕੰਮ ਕਰਨਾ। ਨਹੀਂ, ਸਰਕਾਰ ਜਿਹੜੀ ਹੈਗੀ ਸਰਕਾਰ ਪੋਲੀਟੀਕਲ ਸਰਕਾਰ ਨਹੀਂ, ਜਿਹੜੀ ਅਸਲ ਦਾ ਪ੍ਰਸ਼ਾਸਨਿਕ ਸਰਕਾਰ IAS ਤੇ IPS ਅਫਸਰ ਹੈ ਜਾਂ ਉਹਨਾਂ ਤੇ ਛੱਡੋ ਜੀ। ਤੁਹਾਨੂੰ ਕੋਈ ਟੈਕਸਿੰਗ ਸੰਬੰਧੀ ਜਾਣਕਾਰੀ ਨਹੀਂ ਹੈ ਜਾਂ ਟਰੱਕ ਬੁੱਕਕੀਪਿੰਗ ਕਰਨੀ ਹੈ, ਪਰਸਨਲ ਟੈਕਸਿਸ ਨੇ ਜਾਂ ਅਕਾਊਂਟ ਮੇਨਟੇਨ ਕਰ ਰਹੇ ਨੇ, ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਜੀ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨਾਲ 2535208886 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਲੋਕੇਸ਼ਨ ਹੈ ਜੀ 24915104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ। ਸ਼ੈਟਲ ਦਾ ਇੱਕ ਮਸ਼ਹੂਰ ਨਾਂ ਹੈ ਜੀ ਮੱਖਣ ਨਾਗਰਾ। ਇਹਨਾਂ ਨੇ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਜਿਹੜਾ ਉਹ ਖੋਲ੍ਹ ਲਿਆ 23609104 ਐਵੀਨਿਊ ਕੈਂਟ ਦੇ ਵਿੱਚ। ਇੱਥੇ ਤੁਸੀਂ ਪੰਜਾਬੀ ਖਾਣਾ ਡਾਈਨ ਇਨ ਵੀ ਕਰ ਸਕਦੇ ਹੋ ਜਾਂ ਆਰਡਰ ਵੀ ਕਰ ਸਕਦੇ ਹੋ, ਕੈਟਰਿੰਗ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਹਰ ਤਰ੍ਹਾਂ ਦੇ ਤੁਹਾਨੂੰ ਇਹਨਾਂ ਦੇ ਸਟਾਰਟਰ, ਸਨੈਕਸ ਤੇ ਮੇਨ ਕੁਜ਼ੀਨ ਜਿਹੜਾ ਤੁਹਾਨੂੰ ਮਿਲੇਗਾ। ਦੂਜਾ ਇਹਨਾਂ ਦੀ ਲੋਕੇਸ਼ਨ ਹੈ ਜੀ ਡਾਊਨਟਾਊਨ ਦੇ ਵਿੱਚ 1520 ਬਰਾਡਵੇ ਸਿਐਟਲ।
ਫੋਨ ਕਰ ਸਕਦੇ ਹੋ 2063531699 ਤੇ ਦੂਜਾ ਜੀ 2532467296 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇੱਥੇ ਹਰ ਤਰ੍ਹਾਂ ਦੇ ਟਰੱਕਾਂ ਅਤੇ ਟ੍ਰੇਲਰਸ ਦੇ ਤੁਸੀਂ ਰਿਪੇਅਰ ਕਰਾ ਸਕਦੇ ਹੋ। ਕਿਸੇ ਵੀ ਰੀਫਰ ਦੀ ਕੋਈ ਵੀ ਮੇਕ ਹੋਵੇ, ਤੁਸੀਂ ਆਪਣਾ ਇਹਦੇ 'ਚ ਗੈਸ ਰੀਫਿਲ ਕਰਾ ਸਕਦੇ ਹੋ ਜਾਂ ਰਿਪੇਅਰ ਕਰਾ ਸਕਦੇ ਹੋ। 10224 ਰੈਜ਼ੀਡੈਂਸੀ ਰੋਡ ਮਨਾਸਸ, ਹਾਈਵੇ 66 ਐਗਜ਼ਿਟ 43 ਤੇ ਲੋਕੇਟ ਹੁੰਦੇ ਨੇ ਜੀ। 8043728800 ਤੇ ਤੁਸੀਂ ਕਾਲ ਕਰ ਸਕਦੇ ਹੋ ਜੀ। ਹਾਂ ਦਾਨਿਆਲੀਆ ਸਾਹਿਬ ਮੇਰੇ ਯਾਦ ਆ ਗਿਆ, ਉਹ ਜਿਹੜੀ ਬੇਅਦਬੀ ਦੇ ਕੇਸਾਂ ਨੂੰ ਜਿਹੜੀ ਡੀਲ ਕਰ ਰਹੀ ਹੈ SIT, ਉਹ ਹੈ SPS ਪਰਮਾਰ। ਠੀਕ। ਸੁਰਿੰਦਰਪਾਲ ਸਿੰਘ ਪਰਮਾਰ ਜਿਹੜੇ ਉਹ ਕਰ ਰਹੇ ਹੈ। ਮਾਨਸਾ SSP ਵੀ ਰਹੇ। ਮਾਨਸਾ SSP ਰਹੇ। ਜਿਹੜੀ ਰਹੇਗੀ ਕੋਟਕਪੂਰਾ ਗੋਲੀकांड, ਉਹਨੂੰ ਜਿਹੜੇ ਹੈਗੇ ਦੇਖ ਰਹੇ ਹੈ LK ਯਾਦਵ ADGP, ਔਰ ਜਿਹੜੀ ਬਾਈਬਲ ਕਲਾਂ ਵਾਲੀ ਉਹਨੂੰ ਦੇਖ ਰਹੇ ਹੈ ਨੌਨਿਹਾਲ ਸਿੰਘ। ਤਿੰਨ SITਆਂ ਬਣੀਆਂ ਹੋਈਆਂ ਜੀ। ਤੇ ਹੁਣ ਢਿੱਲੋਂ ਸਾਹਿਬ ਗੱਲ ਕਰੀਏ ਤਾਂ ਜਗਦੀਸ਼ ਭੋਲਾ ਫਿਰ ਚਰਚਾ 'ਚ ਹੈ, ਕਿਵੇਂ ਦੁਬਾਰ ਤੋਂ ਚਰਚਾ 'ਚ ਹੋਈ ਹੈ? ਦੇਖੋ ਜਗਦੀਸ਼ ਭੋਲਾ ਜਿਹੜਾ ਇਸ ਕਰਕੇ ਚਰਚਾ 'ਚ ਹੈ ਜੀ, ਕਹਿੰਦੇ ਵੀ ਬੰਦੇ ਦੇ ਕੋਲੇ ਪੈਸੇ ਜਿੰਨੇ ਮਰਜ਼ੀ ਆ ਹੋਣ, ਜੇ ਬੰਦਾ ਰੋਟੀ ਦਾ ਭੁੱਖਾ ਹੋਵੇ ਤਾਂ ਉਹਦਾ ਕੋਈ ਨਾ ਕੋਈ ਇਲਾਜ ਹੋ ਜਾ। ਨੀਤ ਦੇ ਭੁੱਖੇ ਦਾ ਨਹੀਂ ਹੁੰਦਾ, ਤੇ ਨੀਤ ਦੇ ਭੁੱਖੇ ਦਾ ਜਾਂ ਤਮਾ ਦੇ ਭੁੱਖੇ ਦਾ ਕੋਈ ਇਲਾਜ ਨਹੀਂ ਹੁੰਦਾ। ਕੱਲ ਆਪਾਂ ਇੱਕ ਖਬਰ ਡਿਸਕਸ ਕੀਤੀ ਸੀ ਜੀ। ਬਲਵਿੰਦਰ ਸਿੰਘ ਅਰੈਕੇ ਕਲਾਂ ਪਿੰਡ ਦੇ ਰਹਿਣ ਵਾਲੇ ਸੀਗੇ, ਵਿਚਾਰੇ ਹੁਣ ਨਹੀਂ ਹੈ ਇਸ ਦੁਨੀਆ ਦੇ ਵਿੱਚ ਜੀ। ਉਹ ਮੁਕਤਸਰ ਸਾਹਿਬ ਗਏ ਸੀਗੇ, ਚਿੱਟੀ ਮੱਖੀ ਵਾਲਾ ਜਿਹੜਾ ਨਰਮੇ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਲੈਣ ਵਾਸਤੇ ਉਹਨਾਂ ਨੇ ਉੱਥੇ ਧਰਨਾ ਦਿੱਤਾ ਸੀ। ਕਿਸਾਨ ਯੂਨੀਅਨ ਵਾਲੇ ਨੇ, ਤੇ ਇਹ ਵੀ ਧਰਨੇ ਦੇ ਵਿੱਚ ਸ਼ਾਮਲ ਹੋਏ ਸੀ ਜੀ। ਧਰਨੇ ਦੇ ਵਿੱਚ ਬੈਠਿਆਂ ਨੇ ਹੀ ਇਹਨਾਂ ਨੇ ਜੀ ਬਲਵਿੰਦਰ ਸਿੰਘ ਹੋਰਾਂ ਨੇ ਸਲਫਾਸ ਖਾ ਲਈ। ਉਹਨਾਂ ਨੂੰ ਪਹਿਲਾਂ ਸਿਵਲ ਹਸਪਤਾਲ ਲੈ ਕੇ ਗਏ, ਫਿਰ ਫਰੀਦਕੋਟ ਲੈ ਕੇ ਗਏ, ਪਰ ਉਹ ਬਚੇ ਨਹੀਂ ਜੀ। ਉਹਨਾਂ ਦਾ ਹੁਣ ਜਿਹੜਾ ਕਾਰਨ ਕੀ ਹੈ, ਉਹਨਾਂ ਨੇ ਖੁਦਕੁਸ਼ੀ ਕਿਉਂ ਕੀਤੀ, ਕੱਲ ਆਪਾਂ ਗੱਲ ਕੀਤੀ ਸੀ, ਉਹ ਕਾਰਨ ਤਾਂ ਹੈਗਾ ਹੀ ਹੈਗਾ ਕਿ ਗਰੀਬੀ, ਕਰਜ਼ਾ ਜੀ, ਤੇ ਨਾਲ ਜਿਹੜਾ ਹੈਗਾ ਫਸਲਾਂ ਦਾ ਨੁਕਸਾਨ ਹੋਣਾ, ਦਾ ਪ੍ਰੋਪਰ ਮੁਆਵਜ਼ਾ ਨਾ ਮਿਲਣਾ, ਸਮੇਂ ਸਿਰ ਮੁਆਵਜ਼ਾ ਨਾ ਮਿਲਣਾ, ਇਹਦੇ ਨਾਲ ਸਾਰਾ ਕਿਸਾਨ ਭਾਈਚਾਰਾ ਜਿਹੜਾ ਹੈਗਾ ਪੂਰੀ ਤਰ੍ਹਾਂ ਹਤਾਸ਼ ਹੈ। ਅਸਲ ਦੇ ਵਿੱਚ ਕਹਾਣੀ ਇਹ ਹੈ ਕਿ ਇਹ ਜਿਹੜੇ ਬਲਵਿੰਦਰ ਸਿੰਘ ਹੋਣੀ ਹੈ ਜੀ, ਇਹਨਾਂ ਨੇ ਕੁਛ 8 ਲੱਖ ਰੁਪਈਆ ਦੇਣਾ ਸੀ ਕਿਸੇ ਸੱਜਣ ਦਾ, ਤੇ ਉਹ ਸੱਜਣ ਦਾ ਜਿਹੜਾ ਨਾਂ ਸੀਗਾ ਜੀ, ਉਹਦਾ ਨਾਂ ਹੈਗਾ ਬਖਸ਼ਿੰਦਰ ਸਿੰਘ। ਅੱਛਾ ਜੀ। ਤੇ ਬਖਸ਼ਿੰਦਰ ਸਿੰਘ ਜਿਹੜਾ ਹੈਗਾ ਜਗਦੀਸ਼ ਭੋਲੇ ਦਾ ਬਾਪ ਹੈ। ਅੱਛਾ। ਜਗਦੀਸ਼ ਭੋਲੇ ਦਾ ਪਿੰਡ ਵੀ ਰੈਕੇ ਕਲਾਂ, ਹਾਂਜੀ, ਇਹ ਵੀ ਰੈਕੇ ਕਲਾਂ ਦਾ ਰਹਿਣ ਵਾਲਾ ਹੈ। ਉਹਨੇ ਇਹਨੂੰ ਆਪਦਾ ਪੈਸਾ ਦਿੱਤਾ ਸੀ, ਤੇ ਇਹ ਪੈਸਾ ਜਿਹੜਾ ਹੈਗਾ ਕੁਛ ਵੀ ਹੈ, ਮਤਲਬ 8 ਲੱਖ ਰੁਪਏ ਦੇ ਵਿੱਚ ਇਹਨਾਂ ਦਾ ਇੱਕ ਸਮਝੌਤਾ ਜਿਹਾ ਹੋ ਗਿਆ ਸੀ, ਰਾਜੀਨਾਮਾ ਹੋ ਗਿਆ ਭਾਈ, ਇੰਨੇ ਨੇੜਬੇੜਾ ਹੋ ਗਿਆ ਸੀ। ਕਿਸਾਨ ਯੂਨੀਅਨ ਵਾਲਿਆਂ ਨੇ ਮਿਲ ਮਿਲਾ ਕੇ ਵਿੱਚ ਸਾਰਾ ਕੁਛ ਉਹਦੇ ਤੇ ਕਰਤਾ ਸੀ। ਉਹਦੇ ਨਾਲ ਹੀ ਜਦੋਂ ਕਿਸਾਨ ਯੂਨੀਅਨ ਵਾਲਿਆਂ ਨੇ ਹਿਸਾਬ ਕਿਤਾਬ ਕੀਤਾ, ਤੇ ਇਹ ਉਹਨੇ ਪ੍ਰੋਮਿਸ ਕਰ ਲਿਆ ਸੀ, ਜਨਤਕ ਤੌਰ ਤੇ ਗੱਲ ਕਹਿ ਦਿੱਤੀ ਸੀ ਬਖਸ਼ਿੰਦਰ ਸਿੰਘ ਹੋਰਾਂ ਨੇ ਕਿ ਮੇਰਾ ਬਲਵਿੰਦਰ ਸਿੰਘ ਹੋਰਾਂ ਨਾਲ ਹਿਸਾਬ ਕਿਤਾਬ ਕਲੀਅਰ ਹੋ ਗਿਆ, ਮੈਂ ਹੁਣ ਕੁਛ ਨਹੀਂ ਲੈਣਾ। ਅੱਛਾ। ਲੇਕਿਨ ਜਦੋਂ ਹਿਸਾਬ ਕਿਤਾਬ ਮੁਕੰਮਲ ਹੋ ਗਿਆ, ਤੇ ਹਿਸਾਬ ਕਿਤਾਬ ਤੋਂ 3 ਮਹੀਨੇ ਬਾਅਦ ਬਖਸ਼ਿੰਦਰ ਸਿੰਘ ਹੋਰਾਂ ਨੇ ਅਦਾਲਤ ਦੇ ਵਿੱਚ ਇੱਕ ਦਾਅਵਾ ਦਾਇਰ ਕਰਤਾ। ਅੱਛਾ ਜੀ। ਔਰ ਉਹਨੇ ਕਿਹਾ ਕਿ ਜੀ ਆਹ ਦੇਖੋ ਮੇਰੇ ਕੋਲੇ ਆ ਪ੍ਰਨੋਟ, 1.25 ਲੱਖ ਰੁਪਇਆ ਬਲਵਿੰਦਰ ਸਿੰਘ ਨੇ ਮੈਨੂੰ ਹੋਰ ਦੇਣਾ ਹੈ, ਔਰ ਇਹ ਮੈਨੂੰ ਪੇਮੈਂਟ ਕਰੇ। ਅੱਛਾ ਜੀ। ਉਹ ਕਿਸਾਨ ਯੂਨੀਅਨ ਵਾਲੇ ਕੋਲ ਗਿਆ ਵੀ ਯਾਰ ਗੱਲ ਇਹ ਵੀ ਆਪਾਂ ਤਾਂ ਕਰਤੀ ਸੀ, ਸਾਰਾ ਕਿਸਾਨ ਯੂਨੀਅਨ ਵਾਲੇ ਨੇ ਕਿਹਾ ਵੀ ਚਲੋ ਕੋਈ ਨਹੀਂ, ਆਪਾਂ ਅੱਜ ਕਰਦੇ ਹਾਂ, ਗੱਲ ਕਰਦੇ ਹਾਂ। ਸ਼ਾਇਦ ਉਹਨਾਂ ਨੇ ਗੱਲ ਕੀਤੀ ਵੀ ਉਹ ਮੰਨਿਆ ਨਹੀਂ। ਅਖੀਰ ਇਹ ਬਠਿੰਡਾ ਦੀ ਅਦਾਲਤ ਦੇ ਵਿੱਚ ਉਹਨੇ ਕੇਸ ਕੀਤਾ ਸੀ, ਤੇ ਜਿਹੜੀ ਹੈਗੀ ਹੈ ਇਹਨਾਂ ਦੀ ਜ਼ਮੀਨ ਦੀ 4 ਕਨਾਲਾਂ ਜ਼ਮੀਨ ਦੀ ਕੁਰਕੀ ਦੇ ਜਿਹੜੇ ਹੈ ਜੀ ਹੁਕਮ ਜਾਰੀ ਹੋ ਗਏ ਸੀ। ਔਰ ਇਹਦੇ ਵਾਸਤੇ ਜਿਹੜੀ ਹੈ ਨਿਲਾਮੀ ਹੈ, ਉਹ ਮੇਰਾ ਖਿਆਲ ਨਿਲਾਮੀ ਦੀ ਡੇਟ ਰੱਖਣ ਵਾਸਤੇ 3 ਸਤੰਬਰ ਦੀ ਜਿਹੜੀ ਹੈ ਡੇਟ ਫਿਕਸ ਕੀਤੀ ਹੋਈ ਸੀ। ਜਦੋਂ ਬੰਦੇ ਨੂੰ ਦੀਦੀ 4 ਕਨਾਲਾਂ ਗਈ, ਅੱਜ ਕੱਲ੍ਹ ਕਿੱਲਾ ਜਾਂਦਾ ਕਾਲਜਾ ਪਾਟਦਾ, ਤੇ ਜਾਂਦੇ ਆ 1.25 ਲੱਖ ਰੁਪਈਏ 'ਚ, ਤੇ ਫਿਰ ਬੰਦੇ ਨੂੰ ਸਦਮਾ ਤਾਂ ਹੁੰਦਾ ਨੇ। ਉਹਦੀ ਵਜ੍ਹਾ ਕਾਰਨ ਕਹਿੰਦੇ ਜੀ ਇਹਨਾਂ ਨੇ ਖੁਦਕੁਸ਼ੀ ਕੀਤੀ ਹੈ। ਔਰ ਉਹ ਖੁਦਕੁਸ਼ੀ ਵਾਲਾ ਮਾਮਲਾ ਜਦੋਂ ਹੁਣ ਕੋਰਟ 'ਚ ਉੱਥੇ ਆਪਣਾ ਸਾਹਮਣੇ ਆਇਆ ਕਿਸਾਨ ਯੂਨੀਅਨ ਦੇ, ਉਹਨਾਂ ਨੇ ਜੀ ਫਿਰ ਇਹਦੇ ਤੇ ਆਪਣਾ ਪੈਰਵੀ ਕੀਤੀ। ਪੈਰਵੀ ਕਰਨ ਤੋਂ ਬਾਅਦ ਕੱਲ ਥਾਣਾ ਸਦਰ ਬਠਿੰਡਾ ਵਿਖੇ ਅੱਛਾ ਜੀ ਭਾਰਤੀ ਦੰਡਾਵਲੀ ਦੀ ਧਾਰਾ 306 ਦੇ ਤਹਿਤ ਪਰਚਾ ਦਰਜ, ਬਖਸ਼ਿੰਦਰ ਸਿੰਘ ਜਿਹੜੇ ਜਗਦੀਸ਼ ਭੋਲੇ ਦਾ ਬਾਪ ਹੈ ਉਹਦੇ ਖਿਲਾਫ ਪਰਚਾ ਦਰਜ ਹੋ ਗਿਆ ਜੀ। ਹੁਣ ਦਾਨਿਆਲੀਆ ਸਾਹਿਬ ਅਗਲੀ ਗੱਲ ਇਹ ਹੈ, ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਭੁੱਖ ਦਾ ਇਲਾਜ ਹੋ ਜਾਂਦਾ ਹੈ, ਨੀਂਦ ਦਾ ਨਹੀਂ ਹੁੰਦਾ। ਨੀਂਦ ਦੀ ਭੁੱਖ ਦਾ ਇਲਾਜ, ਤਮਾ ਦੀ ਭੁੱਖ ਦਾ ਇਲਾਜ ਨਹੀਂ ਹੁੰਦਾ। ਭੋਲੇ ਨੇ ਜਿਹੜੇ ਆਪਦੇ ਕੰਮ ਕੀਤੇ ਹੈ,
ਉਹ ਆਪਾਂ ਨੂੰ ਪਤਾ ਹੀ ਹੈ ਕਿ ਉਹ ਅਰਜਨ ਅਵਾਰਡੀ ਹੈ। ਬਿਲਕੁਲ। ਉਹਨੇ ਆਪਦਾ ਬਹੁਤ ਵਧੀਆ ਇੱਕ ਨਾਂ ਬਣਾਇਆ ਸੀ। ਫਿਰ ਉਹ ਦੂਜੇ ਕੰਮ 'ਚ ਪੈ ਗਿਆ, ਸਮਗਲਿੰਗ ਵਾਲੇ 'ਚ। ਕਈ ਵਾਰੀ ਉਹਦੀ ਗ੍ਰਿਫਤਾਰੀ ਹੋਈ ਹੈ। ਹੁਣ ਉਹ ਬੜੇ ਲੰਬੇ ਸਮੇਂ ਤੋਂ ਜੇਲ੍ਹ ਦੇ ਅੰਦਰ ਬੰਦ ਹੈ। ਜਿਹੜੀਆਂ ਉਹਨੇ ਪ੍ਰੋਪਰਟੀਜ਼ ਬਣਾਈਆਂ ਸੀ ਉਹ ਪ੍ਰੋਪਰਟੀਜ਼ ਲਗਭਗ ਸਾਰੀਆਂ ਜਿਹੜੀਆਂ ਅਟੈਚ ਕੀਤੀਆਂ ਈਡੀ ਆਪਦੇ ਵਾਲੀ ਥਾਂ ਤੇ ਪਈ ਹੈ। ਜਿਹੜੀਆਂ ਪ੍ਰੋਪਰਟੀਜ਼ ਅਟੈਚ ਕੀਤੀਆਂ ਉਹਦੇ ਵਿੱਚ ਜਿਹੜੀਆਂ ਉਹਦੇ ਨਾਂ ਤੇ ਪ੍ਰੋਪਰਟੀਜ਼ ਬਣੀਆਂ ਉਹ ਤਾਂ ਹੈ ਹੀ ਹੈ। ਜਿਹੜੀਆਂ ਉਹਦੇ ਪੇਰੈਂਟਸ ਦੇ ਨਾਂ ਦੇ ਉੱਤੇ, ਉਹਦੇ ਮਾਪਿਆਂ ਦੇ ਨਾਂ ਤੇ ਸੀ, ਉਹ ਵੀ ਅਟੈਚ ਹੈ। ਹੁਣ ਤੁਸੀਂ ਇਹ ਦੇਖੋ ਕਿ ਤੁਸੀਂ ਜਿਹੜੀ ਹੈਗੀ 2 ਨੰਬਰ ਦੇ ਪੈਸੇ ਨਾਲ ਬਣਾਈ ਹੋਈ ਪ੍ਰਾਪਰਟੀ ਤੁਹਾਡੀ ਆਪਦੀ ਅਟੈਚ ਹੈ ਜੀ। ਬੰਦਾ ਇੰਨੀ ਕੁ ਸੋਚ ਹੀ ਲੈਂਦਾ ਯਾਰ ਵੀ ਪਿੰਡ ਦਾ ਬੰਦਾ ਇਹਦੇ ਨਾਲ ਰਾਜੀਨਾਮਾ ਹੋ ਗਿਆ, ਗਰੀਬ ਬੰਦਾ ਹੋ ਗਿਆ, ਗਰੀਬ ਬੰਦਾ ਹੈ ਤੇ ਇਹਦੇ ਨਾਲ ਕਲੇਸ਼ ਕਿਉਂ ਵਧਾਉਣਾ ਹੈ। ਲੇਕਿਨ ਇਹ ਦੱਸਣ ਵਾਸਤੇ ਕਿ ਹਾਂ ਮੇਰੀ ਮੁੱਛ ਨੂੰ ਵੱਟ ਦਿੰਦਾ ਹੈਗਾ, ਮੇਰੀ ਮੁੱਛ ਨੂੰ ਵੱਟ ਹੈਗਾ, ਮੇਰੀ ਮਤਲਬ ਤੇਰੇ ਨਾਲ ਟੌਰਾ ਉੱਚਾ ਹੈ ਤੇ ਕਿਸੇ ਦੂਜੇ ਬੰਦੇ ਨੂੰ ਨੀਵਾਂ ਦਿਖਾਉਣਾ, ਉਦੋਂ ਫਿਰ ਉਹਨੂੰ ਗਰੀਬ ਬੰਦਾ ਮਾਰਿਆ ਗਿਆ ਵਿਚਾਰਾ, ਉਹਨੂੰ ਖੁਦਕਸ਼ੀ ਕਰਨੀ ਪੈ ਗਈ। ਇਹਦੇ ਨਾਲ ਹੁਣ 306 ਦੀ FIR ਹੋ ਗਈ ਹੈ। ਚਲੋ ਅਦਾਲਤ ਨੇ ਇਹ ਤਾਂ ਫੈਸਲਾ ਕਰਨਾ, ਖੋਣਾ ਕੁਛ ਨਾ ਹੋਣਾ ਜੀ। ਲੇਕਿਨ ਜਿਹੜਾ ਬੰਦਾ ਸੁਣਦਾ ਪੜ੍ਹਦਾ ਹੈ ਖਬਰ, ਉਹਨੂੰ ਇਹਦਾ ਸਦਮਾ ਤਾਂ ਲੱਗਦਾ ਹੈ। ਉਸ ਪਰਿਵਾਰ ਨੂੰ ਤਾਂ ਲੱਗਣਾ ਹੀ ਲੱਗਣਾ, ਪੜ੍ਹਨ ਸੁਣਨ ਵਾਲੇ ਨੂੰ ਵੀ ਇਹਦੀ ਜਿਹੜੀ ਹੈ ਦੁੱਖ ਹੁੰਦਾ। ਇਹ ਢਿੱਲੋਂ ਸਾਹਿਬ ਵੈਸੇ ਮੈਂ ਦੇਖਿਆ ਬੜੇ ਥਾਵਾਂ ਦੇ ਉੱਤੇ ਜਦੋਂ ਕਹਿੰਦੇ ਹੁੰਦੇ ਨਾ ਵੀ ਬਾਕੀ ਸਭ ਠੀਕ ਆ, ਕਰਜ਼ਾ ਨਾ ਜਿਹੜਾ ਇਹ ਬੜਾ ਬੰਦੇ ਨੂੰ, ਕਿਉਂਕਿ ਜਦੋਂ ਲੋੜ ਹੁੰਦੀ ਹੈ ਨਾ ਉਹ ਬੰਦਾ ਪੰਜੇ ਲਾ ਦਿੰਦਾ ਯਾਰ ਇੱਕ ਵਾਰੀ ਮਿਲ ਜੇ, ਪਰ ਉਹਦੇ ਵਿੱਚ ਨਜਾਇਜ਼ ਫਾਇਦਾ ਬੜਾ ਚੱਕਿਆ ਜਾਂਦਾ। ਦਾਨੇਵਾਲੀਆ ਸਾਹਿਬ ਹੁਣ ਕਈ ਵਾਰੀ ਆਪਾਂ ਵੀ ਸਰਦਾ ਨਹੀਂ, ਲੈਣਾ ਪੈਂਦਾ। ਤੁਸੀਂ ਬੈਂਕ ਦੇ ਵਿੱਚੋਂ ਕਰਜ਼ਾ ਲੈਣ ਵਾਸਤੇ ਆਨੇ ਹੋ, ਜਦੋਂ ਆਪਾਂ ਨੂੰ ਕਹਿੰਦੇ ਜੀ ਦਸਤਖਤ ਕਰੋ, ਉਹ ਪਤਾ ਹੀ ਨਹੀਂ ਹੁੰਦਾ ਇੰਨੇ ਕਾਗਜ਼ਾਂ, ਤੁਹਾਡਾ ਆਪਣੇ ਤੋਂ ਦਰਜਨਾ ਕਾਗਜ਼ਾਂ ਤੇ ਦਸਤਖਤ ਕਰਾ ਲੈਣੇ, ਪਤਾ ਹੀ ਨਹੀਂ ਹੁੰਦਾ ਵਿੱਚ ਲਿਖਿਆ ਕੀ ਹੁੰਦਾ। ਆਪਾਂ ਕਦੇ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕੋਈ ਵੀ ਚੀਜ਼ ਲੈ, ਕਿਉਂਕਿ ਇਹੀ ਚੀਜ਼ ਜਿਹੜੀ ਹੈਗੀ ਹੈ, ਜਿਹੜੇ ਬੰਦੇ ਦਾ ਬੰਦਾ ਕਰਜ਼ਦਾਰ ਹੋਵੇ, ਚਾਹੇ ਆੜਤੀ ਦਾ ਹੋਵੇ, ਚਾਹੇ ਬੈਂਕ ਦਾ ਹੋਵੇ, ਚਾਹੇ ਕਿਸੇ ਪ੍ਰਾਈਵੇਟ ਬੰਦੇ ਦਾ ਹੋਵੇ, ਹੁਣ ਤਾਂ ਹੋਰ ਗੱਲਾਂ ਨਿਕਲ ਕੇ ਆਉਂਦੀਆਂ ਕਿ ਬੰਦੇ ਤੇ ਦਸਤਖਤ ਕਰਾ ਲੈਂਦੇ, ਅਮਾਊਂਟ ਵਿੱਚ ਭਰਦੇ ਨਹੀਂ। ਹਾਂ, ਇਹ ਵੀ ਪੰਗੇ, ਡੇਟ ਨਹੀਂ ਪਾਉਂਦੇ। ਪ੍ਰਾਈਵੇਟ ਵਾਲੇ ਤਾਂ ਬਾਹਲਾ ਨਾਸ ਮਾਰਦੇ, ਦੇਖ ਲਓ ਬੰਦੇ ਦਾ। ਹਾਂਜੀ। ਪਰ ਨੋਟ ਦੇਖੋ, ਸਭ ਤੋਂ ਵੱਡਾ ਤਾਂ ਢਿੱਲੋਂ ਸਾਹਿਬ ਦੁੱਖ ਇਸ ਗੱਲ ਦਾ ਹੁੰਦਾ ਜਿਹੜੇ ਆਪਣੇ ਮਜ਼ਦੂਰ ਬੰਦੇ ਆ। ਬਿਲਕੁਲ। ਜਦੋਂ ਮੈਂ ਘਰ ਪਾ ਰਿਹਾ ਸੀ ਨਾ ਤੇ ਇੱਕ ਮੁੰਡੇ ਨੇ ਮੋਟਰਸਾਈਕਲ ਲਿਆ, ਉਹ ਮੈਂ ਕਿਹਾ ਕਿੰਨੇ ਚ ਲੈ ਲਿਆ, ਹਿਸਾਬ ਕਿਤਾਬ ਜਾਂ ਜੋੜ ਕੇ ਲਾਇਆ ਢਿੱਲੋਂ ਸਾਹਿਬ, ਉਦੋਂ 60,000 ਦਾ ਮੋਟਰਸਾਈਕਲ ਸੀ, 20,000 30,000 ਉਹਨੇ ਐਡਵਾਂਸ ਦਿੱਤਾ, 50,000 ਦਾ ਹੀ ਹੋਰ ਬੈਠਾ ਸੀ ਤੇ ਹਜੇ ਕਹਿੰਦਾ ਜੀ ਅੱਧੀਆਂ ਕਿਸ਼ਤਾਂ ਬਾਕੀ ਆ। ਮੈਂ ਕਿਹਾ ਭਰਾਵਾ, ਮੈਂ ਕਿਹਾ ਤੁਸੀਂ ਯਾਰ ਮਜ਼ਦੂਰ ਬੰਦੇ ਹੋ, ਮੈਂ ਕਿਹਾ ਇਨਕਮ ਟੈਕਸ ਭਾਵੇਂ ਨਹੀਂ ਵੀ ਭਰਦਾ, ਰਿਟਰਨ ਭਰ ਲਓ, ਜੇ ਤੁਹਾਡੀ 3-3.5 ਲੱਖ ਦੀ ਹੈ ਤੁਹਾਨੂੰ ਕੋਈ ਦੇ ਹੀ ਦੇਊਗਾ, ਨਹੀਂ ਭਰਦੇ। ਪਰ ਗੱਲ ਕੀ ਹੈ ਜੀ, ਮੋਟਰਸਾਈਕਲ ਵੀ ਉਹਨਾਂ ਦੇ ਨਾਲ ਜਿਹਨੇ ਦਿੱਤਾ ਤੇ ਕਿਸ਼ਤਾਂ ਵੀ ਲਈ ਜਾਂਦੀਆਂ, ਮੁੜ ਕੇ 2 ਕਿਸ਼ਤਾਂ ਵੀ ਰਹਿ ਗਈਆਂ ਤਾਂ ਜ਼ਬਤ ਕਰ ਲੈਂਦੇ, ਉਹ ਵੀ ਕਰਦੇ। ਫਿਰ ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਉਹਨੂੰ ਜੇ ਨਿਲਾਮ ਵੀ ਕਰ ਦੇਣ ਤੇ ਕਰਜ਼ਾ ਫਿਰ ਖੜਾ। ਬਿਲਕੁਲ। ਇਹ ਬੜਾ ਉਹ ਵਿਆਜ ਪੜ ਵਿਆਜ ਸੁਣਦੇ ਹੁੰਦੇ ਸੀ ਪਹਿਲਾਂ, ਲੱਗਦਾ ਪਠਾਨੀ ਵਿਆਜ ਜਾਂ ਵਿਆਜ ਪੜ ਵਿਆਜ। ਆਹ ਜਿਹੜਾ ਤੰਦੂਆ ਵਿਆਜ ਹੈ, ਤੰਦੂਆ ਪਾ ਲੈਂਦੇ ਬੰਦੇ, ਜਿਹੜਾ ਇਹਦੇ ਜਕੜੇ ਇੱਕ ਵਾਰੀ ਆ ਗਿਆ ਉਹ ਨਿਕਲਦਾ ਨਹੀਂ ਫਿਰ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਾਨਾ ਐਵੀਨਿਊ, ਇੰਡੀਅਨੈਪੋਲਿਸ। ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਜੀ, ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਇੱਥੇ ਤੁਸੀਂ ਸੈਮੀ ਤੇ ਟ੍ਰੇਲਰ ਦੇ ਤਮਾਮ ਮਕੈਨੀਕਲ ਕੰਮ ਲਈ ਕਰਵਾ ਸਕਦੇ ਹੋ, ਭਾਵੇਂ ਉਹ ਇੰਜਨ ਰੀਬਿਲਟ ਹੋਵੇ ਤੇ ਭਾਵੇਂ ਸਸਪੈਂਸ਼ਨ ਤੇ ਟਰਾਂਸਮਿਸ਼ਨ। 3179797205 ਜਾਂ 6612045818 ਦੇ ਉੱਤੇ ਕਾਲ ਕਰ ਸਕਦੇ ਹੋ। ਇੱਥੇ ਤੁਹਾਨੂੰ ਟਰੱਕ ਐਂਡ ਟ੍ਰੇਲਰ ਦੇ ਯੂਜ਼ ਤੇ ਬ੍ਰੈਂਡ ਨਿਊ ਟਾਇਰਸ ਵੀ ਮਿਲਦੇ ਨੇ। ਹੁਣ ਆਪਾਂ ਥੋੜ੍ਹਾ ਜਿਹਾ ਚੱਲੀਏ ਜੀ ਉੱਧਰ ਨੂੰ, ਗੁਜਰਾਤ ਵੱਲ ਨੂੰ। ਢਿੱਲੋਂ ਸਾਹਿਬ, ਗੁਜਰਾਤ ਦੰਗੇ ਹੋਏ, ਇਹਨਾਂ ਦੰਗਿਆਂ ਦੀ ਮਤਲਬ ਕਿ ਇੱਕ ਦੰਗਾ ਤਾਂ ਹੋਇਆ ਨਹੀਂ, ਮੈਂ ਇਹ ਕਿਸਮ ਦਾ ਕਤਲੇਆਮ ਹੀ ਕਹਾਂਗੇ। ਦੰਗੇ ਤਾਂ ਇਹ ਹੁੰਦੇ ਨਾ ਆਮਣੇ ਸਾਹਮਣੇ, ਜਿਵੇਂ ਸਿੱਖ ਦੰਗੇ ਕਹਿ ਦਿੰਦੇ ਆ, ਵੈਸੇ ਗੁਜਰਾਤ ਦੰਗੇ ਵੀ ਨਹੀਂ, ਗੁਜਰਾਤ ਕਤਲੇਆਮ ਹੀ ਸੀ ਉਹ ਵੀ। ਤੇ ਇਹਦੀਆਂ ਬੜੀਆਂ ਪਟੀਸ਼ਨਾਂ ਪਈਆਂ ਸੀ, ਉਹ ਕਈਆਂ ਨੂੰ ਤਾਂ ਬਾਹਰ ਵੀ ਛੱਡਤਾ, ਕਿਸੇ ਨੂੰ ਕੁਛ ਕਰਤਾ। ਹੁਣ ਕੀ ਬਣ ਰਿਹਾ ਜੀ ਇਹਦਾ? ਦੇਖੋ, ਕੁਛ ਘਟਨਾਵਾਂ ਹੋਈਆਂ ਜਿੱਥੇ ਸਿੱਧੇ ਟਕਰਾਅ ਵੀ ਹੋਏ ਜੀ, ਸਿੱਧੀਆਂ ਟਕਰਾਅ ਵੀ ਹੋਈਆਂ, ਬੰਦੇ ਉੱਥੇ ਵੀ ਮਰੇ। ਲੇਕਿਨ ਜ਼ਿਆਦਾਤਰ ਜੇ ਆਪਾਂ ਦੇਖੀਏ ਮੌਤਾਂ ਮੁਸਲਮਾਨਾਂ ਦੀਆਂ ਹੋਈਆਂ ਜੀ। ਸਰਕਾਰੀ ਅੰਕੜਾ 1000 ਤੋਂ ਲੈ ਕੇ 1100 ਦੇ ਦਰਮਿਆਨ ਦੱਸਦਾ ਹੈ। ਪੱਕੀ ਫਿਗਰ ਮੇਰੇ ਯਾਦ ਨਹੀਂ ਹੁਣ ਕੀ ਹੈ, 1000 ਤੋਂ 1100 ਦੇ ਦਰਮਿਆਨ ਹੀ। ਲੇਕਿਨ ਜਿਹੜੇ ਗੈਰ ਸਰਕਾਰੀ ਅੰਕੜੇ ਹੈ, ਗੈਰ ਸਰਕਾਰੀ ਅੰਕੜੇ ਇਹ ਤੋਂ ਕਿਤੇ ਵੱਧ ਹੈ ਜੀ। ਉਹ ਦੱਸਦੇ ਕਿ ਬੰਦੇ ਜ਼ਿਆਦਾ ਮਰ ਗਏ ਸੀ, ਔਰ ਇਹਦਾ ਕਾਰਨ ਇਹ ਸੀ ਕਿ ਇੱਕ ਜਿਹੜੀ ਹੋਗੀ ਗੋਧਰਾ ਸਟੇਸ਼ਨ ਦੇ ਉੱਤੇ ਟ੍ਰੇਨ ਆਈ ਸੀ। ਹਾਂਜੀ, ਉਸ ਟ੍ਰੇਨ ਦੇ ਕੁਝ ਡੱਬਿਆਂ ਨੂੰ ਅੱਗ ਲੱਗੀ ਸੀ ਜਾਂ ਲਾਈ ਗਈ ਸੀ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਔਰ ਉਹਦੇ ਕਿਹਾ ਸੀ ਕਿ ਇਹ ਕਾਰ ਸੇਵਕ ਹੈ, ਜਿਹੜੇ ਕਾਰ ਸੇਵਕਾਂ ਨੂੰ ਟਾਰਗੇਟ ਕੀਤਾ ਗਿਆ ਜੀ। ਉੱਥੋਂ ਦੰਗਿਆਂ ਦੀ ਸ਼ੁਰੂਆਤ ਹੋਈ ਸੀ ਜਾਂ ਕਤਲੇਆਮ ਦੀ ਸ਼ੁਰੂਆਤ ਹੋਈ ਸੀ, ਤੇ ਉਹਦੇ ਬਹੁਤ ਸਾਰੇ ਕੇਸ ਚੱਲਦੇ ਰਹੇ। ਉਹਨਾਂ ਕੇਸਾਂ ਦੇ ਵਿੱਚ ਬੜੇ ਵੱਡੇ ਬੰਦਿਆਂ ਦੇ ਨਾਂ ਵੀ ਆਏ।
ਸੁਪਰੀਮ ਕੋਰਟ ਨੇ, ਹਾਈ ਕੋਰਟ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਵੀ ਬਣਾਈਆਂ, ਕੁਝ ਕਮਿਸ਼ਨਰਾਂ ਨੇ ਵੀ ਆਪਣੇ ਪੱਧਰ ਦੇ ਉੱਤੇ ਇਨਕੁਆਇਰੀਆਂ ਵਗੈਰਾ ਕੀਤੀਆਂ, ਲੇਕਿਨ ਕਿਤੇ ਇਨਸਾਫ ਮਿਲਿਆ ਤੇ ਕਿਤੇ ਲੋਕ ਅਜੇ ਤੱਕ ਵੀ ਭੰਬਲ ਭੂਸਿਆਂ ਦੇ ਵਿੱਚ ਪਏ ਜੀ। ਹੁਣ ਘਟਨਾਕ੍ਰਮ ਹੈ 2002 ਦਾ ਤੇ ਆਪਾਂ ਵਿਚਰ ਰਹੇ ਹਾਂ 2022 ਚ। 20 ਸਾਲ ਹੋ ਗਏ। 20 ਸਾਲ ਹੋ ਗਏ। 20 ਸਾਲਾਂ ਤੋਂ ਬਾਅਦ ਕੱਲ ਇਹਦਾ ਜੀ ਇਹਨਾਂ ਤੇ ਵਿਚਾਰ ਕੀਤੀ ਗਈ। ਕਹਿੰਦੇ ਕੁਝ ਵਕੀਲਾਂ ਨੇ ਵੀ ਕਹਿਤਾ ਜੀ ਵਿਅਰਥ ਹੈ ਇਸ ਅੱਛਾ ਜੀ ਜਿਹੜੀਆਂ ਕੇਸ ਪੈਂਡਿੰਗ ਪਏ ਹੈ ਇਹਨਾਂ ਨੂੰ ਖਤਮ ਕਰੋ ਜੀ। ਔਰ ਜਿਹੜੇ ਸਾਡੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਆ ਹੁਣ ਯੂ ਲਲਿਤ ਸਾਹਿਬ ਜੀ, ਲਲਿਤ ਸਾਹਿਬ ਬੜੇ ਵੱਡੇ ਵਕੀਲ ਰਹੇ ਆਪਦੇ ਜ਼ਮਾਨੇ ਦੇ, ਉਹਨਾਂ ਦੀ ਅਗਵਾਈ ਵਾਲੇ ਬੈਂਚ ਨੇ ਜੀ 11 ਪਟੀਸ਼ਨਾਂ ਬੰਦ ਕਰਤੀਆਂ। ਕਹਿੰਦੇ ਜੀ ਸੁਣਵਾਈ ਦੀ ਕੋਈ ਲੋੜ ਨਹੀਂ। ਅੱਛਾ ਜੀ, ਰੱਦ ਵੀ ਨਹੀਂ ਕੀਤੀਆਂ, ਬੰਦ ਹੀ ਕਰਤੀਆਂ। ਕਹਿੰਦੇ ਕੋਈ ਸੁਣਵਾਈ ਦੀ ਲੋੜ ਨਹੀਂ। ਕਹਿੰਦੇ ਤਾਂ ਬੇਮੈਨੀਆਂ ਹੁਣ ਇਹਦਾ ਕੀ ਲੋੜ ਹੈ, ਇਹਦੀ ਸੁਣਵਾਈ ਨਾ ਕੀਤੀ ਜਾਵੇ। ਔਰ ਇੱਕ ਹੋਰ ਕੇਸ ਇਹਦੇ ਵਿੱਚ ਕੀਤਾ ਹੈ ਜੀ, ਬਾਬਰੀ ਮਸਜਿਦ ਢਾਉਣ ਦੇ ਮਾਮਲੇ ਦੇ ਵਿੱਚ ਕੇਸ ਹੋਇਆ ਸੀ, ਉਹ ਵੀ ਕਰਤਾ ਨੇ। ਔਰ ਉਸ ਕੇਸ ਦੇ ਵਿੱਚ ਜਿਹੜਾ ਸੀ ਮੁਲਜ਼ਮ ਜੀ, ਉਹ ਮੁਲਜ਼ਮ ਬਣਾਇਆ ਸੀਗਾ ਕਲਿਆਣ ਸਿੰਘ। ਅੱਛਾ ਜੀ, ਜਿਹੜਾ ਉਸ ਵੇਲੇ 1992 ਦੇ ਵਿੱਚ ਮੁੱਖ ਮੰਤਰੀ ਹੁੰਦਾ ਸੀ ਯੂਪੀ ਦਾ। ਕਿਉਂਕਿ ਇਹਨੇ ਕਲਿਆਣ ਸਿੰਘ ਨੇ ਇੱਕ ਅੰਡਰਟੇਕਿੰਗ ਦੇਤੀ ਸੀ, ਐਫੀਡੈਵਿਟ ਦੇਤਾ ਸੀ ਜੀ, ਮਾਨਯੋਗ ਸੁਪਰੀਮ ਕੋਰਟ 'ਚ ਕਿ ਬਾਬਰੀ ਮਸਜਿਦ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ ਜੀ। ਬਤੌਰ ਮੁੱਖ ਮੰਤਰੀ ਅਸੀਂ ਮਤਲਬ ਜਿਹੜਾ ਮੇਰੀ ਸਰਕਾਰ ਵੱਲੋਂ ਮੈਂ ਐਫੀਡੈਵਿਟ ਦੇਣਾ। ਪਰ ਇਹਦੇ ਬਾਵਜੂਦ ਐਫੀਡੈਵਿਟ ਦੇ ਬਾਵਜੂਦ ਵੀ ਜਦੋਂ ਬਾਬਰੀ ਮਸਜਿਦ ਢਹਿ ਢੇਰੀ ਹੋ ਗਈ ਜੀ, ਫਿਰ ਇੱਕ ਕੰਟੈਂਪਟ ਕੇਸ ਚੱਲਿਆ ਸੀ। ਉਸ ਕੰਟੈਂਪਟ ਕੇਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਜੁਰਮਾਨਾ ਵੀ ਕਰਤਾ ਸੀ ਜੀ, ਤੇ ਸ਼ਾਇਦ ਸ਼ਾਮ ਤੱਕ ਦੀ ਕੈਦ ਕੂਦ ਵੀ ਕਰਤੀ ਸੀ, ਕੁਛ ਇਹੋ ਜਿਹੀ ਗੱਲ ਸੀ। ਲੇਕਿਨ ਉਹ ਮਾਮਲਾ ਮੁੱਕਿਆ ਨਹੀਂ, ਮਾਮਲਾ ਚੱਲੀ ਜਾਂਦਾ ਸੀ ਤੇ ਮਾਮਲਾ ਉਹ ਵੀ ਬੰਦ ਕਰ ਦਿੱਤਾ। ਪਰ ਇੱਕ ਕੇਸ ਜਿਹੜਾ ਹੈਗਾ ਨਰੋਦਾ ਗਾਉਂ ਵਾਲਾ ਜੀ, ਉਹਦੇ ਕੇਸ ਜਿਹੜੀ ਆ ਉਹ ਥੱਲੇ ਚੱਲ ਰਹੀ ਹੈ, ਉਹਦੀ ਸੁਣਵਾਈ ਚੱਲ ਰਹੀ ਹੈ। ਕਹਿੰਦੇ ਜੀ ਉਹ ਅੰਤਮ ਪੜਾਅ 'ਚ ਹੈ, ਇਸ ਕਰਕੇ ਕਹਿੰਦੇ ਫੈਸਲਾ ਉਸੇ ਨੂੰ ਕਰ ਲੈਣਗੇ ਜੀ। 30 ਸੀਤਲਵਾੜ ਹਾਂਜੀ ਹਾਂਜੀ, ਇੱਕ ਬੜੀ ਤਕੜੀ ਐਕਟਿਵਿਸਟ ਹੈਗੀ, ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਹੈ, ਵਕੀਲ ਵੀ ਹੈ। ਉਹਦੀ ਸਿਕਿਉਰਿਟੀ ਦਾ ਮਾਮਲਾ ਸੀ ਜੀ। ਉਹ ਕਹਿੰਦੇ ਹੁਣ ਉਹ ਜੇਲ੍ਹ ਦੇ ਵਿੱਚ ਆ, ਵਿਚਾਰਨ ਦੀ ਲੋੜ ਨਹੀਂ, ਜਦੋਂ ਬਾਹਰ ਨਿਕਲ ਗਈ ਐਪਲੀਕੇਸ਼ਨ ਦੇ ਦੇ, ਐਪਲੀਕੇਸ਼ਨ ਤੋਂ ਬਾਅਦ ਦੇਖੀ ਜੋ। ਮਤਲਬ ਗੱਲ ਹੈ ਵੀ ਸਾਰਾ ਕੁਝ ਕਹਿ ਤਾ ਵੀ ਕੋਈ ਲੋੜ ਨਹੀਂ ਜੀ, ਇਹਨੂੰ ਖਤਮ ਕਰੋ ਮਾਮਲੇ ਨੂੰ। ਦਾਨੇਵਾਲ ਸਾਹਿਬ ਦੇ ਵਿੱਚ ਕਈ ਸਵਾਲ ਖੜੇ ਹੁੰਦੇ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜੇ 20 ਸਾਲ ਲੰਮਾ ਕੇਸ ਚੱਲਿਆ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਇਹ ਵੀ ਤਾਂ ਵੇਖਣ ਵਾਲੀ ਗੱਲ ਹੈ। ਜ਼ਿੰਮੇਵਾਰ ਇਹਦੇ 'ਚ ਹੈ ਵੀ ਸਭ ਤੋਂ ਪਹਿਲਾਂ ਜਿਹੜੇ ਬੰਦੇ ਪੀੜਿਤ ਹੈ ਉਹ ਥਾਣੇ ਜਾਂਦੇ ਹੈ। ਥਾਣਿਆਂ ਦੇ ਵਿੱਚ ਜੇ ਉਹਨਾਂ ਦੇ ਕੇਸ ਰਜਿਸਟਰ ਨਹੀਂ ਕੀਤੇ ਤਾਂ ਪੁਲਿਸ ਜ਼ਿੰਮੇਵਾਰ ਹੈ। ਜ਼ਿੰਮੇਵਾਰ ਬਿਲਕੁਲ। ਜੇ ਉਹ ਕੇਸ ਰਜਿਸਟਰ ਕਰਾਉਣ ਵਾਸਤੇ ਅਦਾਲਤਾਂ ਜਾਂਦੇ ਤੇ ਅਦਾਲਤਾਂ ਦੇ ਵਿੱਚ ਸਾਲਾਂ ਦੇ ਸਾਲ ਲੱਗਦੇ ਆ ਕੇਸ ਰਜਿਸਟਰ ਹੋਣ ਵਾਸਤੇ, ਫਿਰ ਅਦਾਲਤਾਂ ਦੇ ਵਿੱਚ ਜਿਹੜੀ ਉਹ ਲੰਬਤ ਪਏ ਹੈ ਕੇਸ, ਉਹ ਜਿਹੜਾ ਸਮਾਂ ਹੈ ਉਹ ਜ਼ਿੰਮੇਵਾਰ ਹੈ। ਜ਼ਿੰਮੇਵਾਰ ਬਿਲਕੁਲ। ਅਸੀਂ ਅਦਾਲਤਾਂ ਨੂੰ ਜ਼ਿੰਮੇਵਾਰ ਨਹੀਂ ਕਵਾਂਗੇ, ਉਸ ਸਮੇਂ ਨੂੰ ਜ਼ਿੰਮੇਵਾਰ ਕਵਾਂਗੇ। ਸਮਾਂ ਜ਼ਿੰਮੇਵਾਰ ਕਿਉਂ ਹੈ? ਕਿਉਂਕਿ ਅਦਾਲਤਾਂ ਦੇ ਕੋਲੇ ਕੇਸ ਬਹੁਤੇ ਹੈ। ਅਦਾਲਤਾਂ ਕੋਲੇ ਕੇਸ ਵਾਲੇ ਕਿਉਂ ਹੈ? ਕਿਉਂਕਿ ਅਦਾਲਤਾਂ ਦੇ ਕੋਲੇ ਜੱਜ ਹੈ ਨਹੀਂ। ਜੀ ਬਿਲਕੁਲ, ਜੱਜ ਨਹੀਂ ਗੇ। ਜੱਜ ਹੈ ਨਹੀਂ ਗੇ, ਇਹ ਅਦਾਲਤਾਂ ਆਪਦੀ। ਇਹ ਤਾਂ ਕ੍ਰਿਮੀਨਲ ਤਾਂ ਚੱਲੀ ਜਾਂਦੇ, ਸਿਵਲ ਤਾਂ ਨਿਕਲਦੇ ਹੀ ਨਹੀਂ। ਚਲੋ ਆਪਾਂ ਤਾਂ ਕ੍ਰਿਮੀਨਲ ਦੀ ਗੱਲ ਹੀ ਕਰਦੇ ਨਾ। ਉਸ ਤੋਂ ਬਾਅਦ ਕੁਝ ਕੇਸ ਇਹੋ ਜਿਹੇ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਨਾਂ ਹੈ ਜੀ। ਉਹਨਾਂ ਦੇ ਵਿੱਚ ਜਿਵੇਂ ਤੁਸੀਂ ਦੇਖੋ ਅਮਿਤ ਸ਼ਾਹ ਦਾ ਨਾਂ ਆ ਗਿਆ, ਉਹਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਨਾਂ ਆ ਗਿਆ। ਉਹਨਾਂ ਦੇ ਕੇਸ ਵੀ ਜਿਹੜੇ ਹੈ ਕਿਉਂਕਿ ਵੱਡੇ ਬੰਦਿਆਂ ਨੂੰ ਦੇ ਖਿਲਾਫ ਜਿਹੜੇ ਕੇਸ ਹੈ, ਉਹਨਾਂ ਕੇਸਾਂ ਨੂੰ ਜਿੰਨੇ ਮਰਜ਼ੀ ਲਮਕਾ ਲਓ, ਜਿੰਨੇ ਮਰਜ਼ੀ ਤੁਸੀਂ ਵੱਡੇ ਵੱਡੇ ਵਕੀਲ ਕਰ ਲਓ, ਔਰ ਉਹ ਕੇਸ ਉੱਡ ਜਾਣਗੇ। ਹੁਣ ਦੂਜੀ ਗੱਲ ਆਪਾਂ ਗੱਲ ਕਰੀਏ ਵੀ ਉਹ ਕੇਸ ਇੱਕ ਪਾਸੇ ਤਾਂ ਇਹ ਹੈ ਕਿ ਪਹਿਲੀ ਪੁਲਿਸ ਦੀ ਗਲਤੀ, ਦੂਜੀ ਗੱਲ ਅਦਾਲਤਾਂ ਦੇ ਵਿੱਚ ਜਿਹੜਾ ਬੇਲੋੜੀ ਸੁਣਵਾਈ ਜਿਹੜੀ ਆ ਲੰਬੀ ਹੋਣੀ, ਲੇਟ ਹੋਣੀ, 20 ਸਾਲ ਟੱਪ ਜਾਣੇ। ਜੇ ਆਪਾਂ ਇਹ ਤਾਂ 2004 ਦੀ ਗੱਲ ਹੈ, ਇਹ ਤੋਂ 20 ਸਾਲ ਪਿਛਾਂ ਚਲੇ ਜਾਓ 1984 ਦੀ ਗੱਲ, ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ। ਇਹਦਾ ਮਤਲਬ ਫਿਰ ਇਹ ਹੈ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿੰਨੇ ਹੁਣ ਕੇਸ ਪੈਂਡਿੰਗ ਪਏ ਆ ਉਹ ਵੀ ਰੱਦ ਹੋ ਜਾਣਗੇ। ਫਿਰ ਰਾਹ ਖੁੱਲ ਗਿਆ ਨਾ। 20 ਸਾਲ ਜੇ 20 ਸਾਲ 94 ਤੋਂ ਲੈ ਕੇ 92 ਤੋਂ ਲੈ ਕੇ 20 ਸਾਲ ਹੁੰਦੇ ਹੈ ਤੇ 84 ਵਾਲੇ 18 ਇਹ ਤਾਂ ਬਹੁਤ ਜ਼ਿਆਦਾ ਹੋ ਗਏ। ਇਹ ਤਾਂ 32 ਸਾਲ ਹੋ ਗਏ। ਹਾਂ 32 ਸਾਲ ਹੋ ਗਏ। ਉਹ ਜਿਹੜੇ ਹੈਗੇ ਫਿਰ 32 34 ਸਾਲ ਹੋ ਗਏ। ਇਹਦਾ ਮਤਲਬ ਫਿਰ ਉਹ ਕੇਸ ਵੀ ਨਹੀਂ ਚੱਲਣਗੇ। 32 ਨਹੀਂ ਜੀ, 40 ਸਾਲ ਹੋ ਗਏ। 20 ਸਾਲ ਇਹ ਹੋ ਗਏ, 22 84 ਉਹ 84 ਤੇ 10 94 2004 2014 ਤੇ ਆਪਣੇ 22 ਲਾ ਲਓ ਤੇ 38 ਸਾਲ ਹੋ ਗਏ। 38 ਸਾਲ 40 ਦੇ ਕਰੀਬ ਹੋ ਗਏ। 40 ਦੇ ਕਰੀਬ 40 ਸਾਲ ਫਿਰ ਉਹ ਤਾਂ ਕਹਿੰਦੇ 40 ਸਾਲ ਹੋ ਗਏ ਜੀ, ਉਹਨਾਂ ਨੂੰ ਬੰਦ ਕਰ ਦਿਓ ਸਾਰਿਆਂ ਨੂੰ। ਇਹਦਾ ਮਤਲਬ ਫਿਰ ਹੁਣ ਕੀ ਹੈ? ਜੇ ਆਪਾਂ ਸਾਰਾ ਕੁਝ ਦੇਖੀਏ, ਗੁਜਰਾਤ ਦੀ ਗੱਲ ਦੇਖੀਏ ਜੀ, ਬਿਲਕਿਸ ਬਾਨੋ ਵਾਲੇ ਕੇਸ ਦੇ ਵਿੱਚ ਬੰਦਿਆਂ ਨੂੰ ਕੈਦ ਹੋ ਗਈ, ਉਮਰ ਕੈਦ ਹੋਈ ਹੈ।
ਬੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਘਿਨਾਉਣਾ ਅਪਰਾਧ ਹੋਇਆ, ਜਿਹੜੇ ਅਪਰਾਧ ਦੀ ਸਜ਼ਾ ਮਾਫ ਹੀ ਨਹੀਂ ਹੋ ਸਕਦੀ। ਇੱਕ ਬੰਦਾ ਉਹਨਾਂ ਦੇ ਵਿੱਚੋਂ ਜਿਹਨੇ 15 ਸਾਲ ਪੂਰੇ ਕਰ ਲਏ ਸੁਪਰੀਮ ਕੋਰਟ ਚਲਾ ਗਿਆ, ਕਹਿੰਦਾ ਜੀ ਮੈਂ ਤਾਂ ਆਪਦੀ ਜਿਹੜੀ ਹੈਗੀ ਸਜ਼ਾ ਪੂਰੀ ਕਰ ਲਈ, ਮੈਨੂੰ ਛੱਡਿਆ ਜਾਵੇ। ਸੁਪਰੀਮ ਕੋਰਟ ਨੇ ਇੱਕ ਸਧਾਰਨ ਜਿਹਾ ਆਰਡਰ ਕਰਤਾ, ਸਟੇਟ ਗਵਰਨਮੈਂਟ ਇਹਨੂੰ ਦੇਖੇ ਜੀ, ਇਹ ਅਰਜੀ ਦੇਊਗਾ ਤੇ ਇਹਦੀ ਅਰਜੀ ਦਾ ਨਿਪਟਾਰਾ ਕਰੇ। ਸਟੇਟ ਗਵਰਨਮੈਂਟ ਨੇ ਨਾਲ ਦੀ ਨਾਲ ਹੀ ਇੱਕ ਬਣਾਤੀ ਕਮੇਟੀ ਦੇ ਵਿੱਚ ਆਪਦੇ ਘਰ ਦੇ ਬੰਦੇ ਹੀ ਪਾ ਲਏ, ਤੇ ਘਰ ਦੇ ਬੰਦੇ ਨੇ ਕਹਿਤਾ ਜੀ ਠੀਕ ਹੈ ਇਹਨਾਂ ਦੀ ਕੈਦ ਪੂਰੀ ਹੋ ਗਈ ਤੇ ਇਹਨਾਂ ਨੂੰ ਛੱਡ ਦਿਓ। ਹੁਣ ਜਿਹੜੀ ਦਰਖਾਸਤ 15 ਸਾਲ ਕੈਦ ਕੱਟਣ ਵਾਲੇ ਨੇ ਦਿੱਤੀ ਹੈ ਜੀ ਦਾਨੇ ਵਾਲੀਆ ਜੀ, ਫਿਰ ਇਹੀ ਦਰਖਾਸਤ ਦੇਰ ਸਵੇਰ ਚ ਦੇ ਸਕਦਾ ਸੱਜਣ ਕੁਮਾਰ? ਬਿਲਕੁਲ ਦੇ ਸਕਦਾ, ਕਿਉਂ ਕਿ ਜੀ ਮੈਂ ਤਾਂ ਬਿਮਾਰ ਹਾਂ, ਮੈਂ ਬੁੜਾ ਬਹੁਤ ਹਾਂ, ਮੈਂ ਤਾਂ ਜੀ ਅੰਦਰ ਨਾ, ਮੈਂ ਤਾਂ ਆਪਦਾ ਇਲਾਜ ਨਹੀਂ ਕਰ ਸਕਦਾ, ਮੈਂ ਆਪਦੀ ਕਿਰਿਆ ਨਹੀਂ ਸਾਂਭ ਸਕਦਾ, ਤੇ ਇਸ ਕਰਕੇ ਜਿਹੜੀ ਉਹ ਗੁਜਰਾਤ ਵਾਲਾ ਮਾਮਲਾ ਮੇਰੇ ਤੇ ਇੰਪਲੀਮੈਂਟ ਕਰ ਦਿਓ। ਕੀ ਫਿਰ ਘੱਟ ਗਿਣਤੀਆਂ ਨੂੰ ਇਸ ਦੇਸ਼ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ? ਦੱਸੋ। ਇੱਕ ਬਹੁਤ ਵੱਡਾ ਸਵਾਲ ਹੈ। ਅਗਲੀ ਗੱਲ ਇੱਕ ਇਹ ਹੈ ਕਿ ਕੀ ਹੁੰਦੇ ਉਹਨੂੰ ਆਪਣਾ ਹਿੱਤਾਂ ਦਾ ਟਕਰਾਅ ਇੰਟਰਸਟ, ਹਿੱਤਾਂ ਦਾ ਟਕਰਾਅ ਜਿਹੜਾ ਉਹ ਵੀ ਇਹਦੇ ਚ ਬੋਲਦਾ ਹੈ। ਇਹ ਹਿੱਤਾਂ ਦਾ ਟਕਰਾਅ ਇਸ ਕਰਕੇ ਬੋਲਦਾ ਹੈ ਜੀ ਕਿ ਜਦੋਂ ਬਾਬਰੀ ਮਸਜਿਦ ਵਾਲੇ ਕੇਸ ਦੀ ਸੁਣਵਾਈ ਹੋਣ ਲੱਗੀ ਸੀ, ਉਸ ਵੇਲੇ ਜਿਹੜੇ ਬਾਬਰੀ ਮਸਜਿਦ ਵਾਲੇ ਪਾਸਿਓਂ ਵਕੀਲ ਸੀਗੇ ਜੀ, ਬੈਂਚ ਬੈਠਾ ਹੈ, ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲਾ ਬੈਂਚ ਹੈ, ਵਿਧਾਨਕ ਬੈਂਚ ਹੈ ਜੀ, ਜਿਹਦੇ ਵਿੱਚ ਜਸਟਿਸ ਜੂਜੂ ਲਲਿਤ ਵੀ ਬੈਠੇ। ਤੇ ਉਸ ਵੇਲੇ ਜਿਹੜੇ ਵਕੀਲ ਸਾਹਿਬ ਸੀ ਜੀ, ਉਹਨਾਂ ਨੇ ਕਹਿਤਾ ਵੀ ਚੀਫ ਜਸਟਿਸ ਸਾਹਿਬ, ਇਹ ਜੂਜੂ ਲਲਿਤ ਸਾਹਿਬ ਜੀ ਕਲਿਆਣ ਸਿੰਘ ਦੇ ਵਕੀਲ ਸੀ ਬਾਬਰੀ ਮਸਜਿਦ ਵਾਲੇ ਕੇਸ 'ਚ। ਇੰਟਰਸਟ ਆਫ ਕਲੈਸ਼ ਵੀ ਇਹ ਵਜ੍ਹਾ ਸੀ ਕਿ ਮੈਂ ਇਹਨਾਂ ਦੇ ਬੈਠਣ ਤੇ ਕੋਈ ਇਤਰਾਜ਼ ਨਹੀਂ ਕਰਦਾ, ਪਰ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਇਹ ਉਹਦੇ ਵਿੱਚ ਸੀ। ਤੇ ਜੂਜੂ ਲਲਿਤ ਸਾਹਿਬ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ। ਉਹਨੇ ਕਿਹਾ ਜੀ ਨਹੀਂ, ਮੈਂ ਨਹੀਂ ਹੁਣ ਬੈਠੂੰਗਾ, ਠੀਕ ਹੈ, ਮੈਂ ਉਹਦੇ ਵਿੱਚ ਸੀ। ਇਹਦੇ ਨਾਲ ਇੱਕ ਸੈਯਦ ਸ਼ਹਰਾਬੂਦੀਨ ਦਾ ਕੇਸ ਸੀ। ਸੈਯਦ ਸ਼ਹਰਾਬੂਦੀਨ ਜਿਹੜਾ ਕੇਸ ਸੀਗਾ, ਤੇ ਤੁਲਸੀ ਰਾਮ ਪ੍ਰਜਾਪਤੀ ਤੇ ਉਹ ਕਾਫੀ ਕੁਛ ਸੀ ਉਹਦੇ ਵਿੱਚ, ਤੁਹਾਨੂੰ ਪਤਾ ਸੀ ਜੀ ਜੀ ਜੀ। ਉਸ ਕੇਸ ਦੇ ਵਿੱਚ ਜਿਹੜਾ ਹੈਗਾ ਮੁਲਜ਼ਮ ਕਿਹਨੂੰ ਬਣਾਇਆ ਗਿਆ ਸੀ? ਉਹਦੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ ਅਮਿਤ ਸ਼ਾਹ ਹੋਰਾਂ ਨੂੰ। ਤੇ ਜਸਟਿਸ ਜੂਜੂ ਲਲਿਤ ਸਾਹਿਬ ਉਦੋਂ ਵਕੀਲ ਸੀ। ਇਹ ਵੀ ਅਮਿਤ ਸ਼ਾਹ ਦੀ ਵਕਾਲਤ ਵੀ ਕਰਦੇ ਰਹੇ। ਦੱਸੋ। ਅਸੀਂ ਨਹੀਂ ਕਹਿੰਦੇ ਕਿ ਜਸਟਿਸ ਜੂਜੂ ਲਲਿਤ ਸਾਹਿਬ ਜਿਹੜੇ ਹੈਗੇ ਕੋਈ ਕਿਸੇ ਗੱਲ ਤੋਂ ਪ੍ਰਭਾਵਿਤ ਹੈ, ਪਰ ਜੇ ਬਾਬਰੀ ਮਸਜਿਦ ਵਾਲੇ ਕੇਸ ਦੇ ਵਿੱਚ ਉਹ ਆਪਣੇ ਆਪ ਨੂੰ ਅਲੱਗ ਕਰ ਸਕਦੇ ਸੀ, ਤਾਂ ਫਿਰ ਜਿੱਥੇ ਅਮਿਤ ਸ਼ਾਹ ਆ ਗਿਆ, ਨਰਿੰਦਰ ਮੋਦੀ ਆ ਗਏ, ਉਹਨਾਂ ਦਾ ਨਾਮ ਬੋਲਦਾ, ਗੁਜਰਾਤ ਵਾਲੇ ਕੇਸਾਂ ਦਾ ਬੋਲਦਾ, ਤਾਂ ਉਹ ਹੈ। ਅਗਲੀ ਗੱਲ ਜੀ, ਜਸਟਿਸ ਜੂਜੂ ਲਲਿਤ ਸਾਹਿਬ ਦੀ ਜਿਹੜੀ ਨਿਯੁਕਤੀ ਹੁੰਦੀ ਹੈ, ਇਹ ਨਿਯੁਕਤੀ ਕਦੋਂ ਹੁੰਦੀ ਹੈ ਜੀ? ਇਹ ਉਦੋਂ ਹੁੰਦੀ ਹੈ ਜਦੋਂ ਦਿੱਲੀ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਕੇਂਦਰ ਸਰਕਾਰ ਬਣ ਜਾਂਦੀ। ਪਹਿਲਾਂ ਜਸਟਿਸ ਸੀਕਰੀ ਸੀ ਕੋਈ ਜੀ, ਸਿੱਧੇ ਜੱਜ ਹਾਈ ਕੋਰਟ ਦੇ ਉਹ ਬਣੇ ਸੀ, ਸੁਪਰੀਮ ਕੋਰਟ ਦੇ ਜੱਜ ਉਹ ਬਣੇ ਸੀ। ਉਹ ਤੋਂ ਬਾਅਦ ਫਿਰ ਜਸਟਿਸ ਜੂਜੂ ਲਲਿਤ ਬਣਦੇ ਹੈ। ਫਿਰ ਤੀਜੇ ਨੰਬਰ ਤੇ ਜਸਟਿਸ ਮੇਰਾ ਖਿਆਲ ਹੈ ਵੀ ਉਹ ਮੈਡਮ ਇੰਦੂ ਮਲਹੋਤਰਾ ਬਣਦੇ ਹੈ। ਸੋ ਇਹ ਹੁਣ ਇਹ ਬੜਾ ਕੁਛ ਹੈ ਜੀ ਇਹਦੇ ਚ। ਮਤਲਬ ਮੈਂ ਤਾਂ ਬਹੁਤ, ਜਦੋਂ ਦੀ ਮੈਂ ਇਹ ਖਬਰ ਪੜ੍ਹੀ ਹੈ ਤੇ ਮੈਂ ਡੂੰਘਾਈ ਨਾਲ ਇਸ ਖਬਰ ਦੇ ਵਿੱਚ ਗਿਆ ਜੀ, ਚਿੰਤਾ ਡਾਲੀ ਹੈ। ਫਿਰ ਘੱਟ ਗਿਣਤੀਆਂ ਦਾ ਹੋਊਗਾ ਕੀ? ਘੱਟ ਗਿਣਤੀਆਂ ਦਾ ਕੀ? ਫਿਰ ਕਿ ਜਿਹੜੇ ਉਹਨਾਂ ਦੇ ਕੇਸ ਆ, ਉਹਨਾਂ ਦੇ ਕੇਸਾਂ ਦੀ ਸੁਣਵਾਈ ਬੰਦ ਕਰਦੇ, ਉਹਨੂੰ ਸਵਾਲ ਅਗਲਾ ਪੈਦਾ ਹੁੰਦਾ ਹੈ। ਭਾਰਤ ਦੀ ਸਰਕਾਰ ਨੇ ਇੱਕ ਕਾਨੂੰਨ ਬਣਾਤਾ ਸੀ ਜੀ ਕਿ 1947 ਵੇਲੇ ਜਿਨ੍ਹਾਂ ਧਾਰਮਿਕ ਸਥਾਨਾਂ ਦੀ ਜੋ ਹਾਲਤ ਸੀ, ਸਥਿਤੀ ਉਹੀ ਰਹੂਗੀ। ਬਾਬਰੀ ਮਸਜਿਦ 1947 ਤੋਂ ਪਹਿਲਾਂ ਦੀ ਖੜੀ ਸੀ। ਫਿਰ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਵਿਸ਼ੇਸ਼ ਆਰਟੀਕਲ, ਸ਼ਾਇਦ 142 ਹੈ ਜੀ, ਉਹਦੇ ਤਹਿਤ ਸੁਣਵਾਈ ਕੀਤੀ। ਉਹਦੇ ਤਹਿਤ ਇਹ ਹੈ ਕਿ ਸੁਪਰੀਮ ਕੋਰਟ ਜੋ ਮਰਜ਼ੀ ਹੈ ਫੈਸਲਾ ਕਰ ਸਕਦੀ ਹੈ। ਉਹ ਫੈਸਲਾ ਕਰਤਾ। ਉਹ ਫੈਸਲਾ ਕਿਹਦੇ ਹੱਕ ਵਿੱਚ ਜਾਂਦਾ ਹੈ? ਉਹ ਹਿੰਦੂ ਭਾਈਚਾਰੇ ਦੇ ਹੱਕ ਵਿੱਚ ਜਾਂਦਾ, ਜਿਹੜਾ ਬਹੁ ਗਿਣਤੀ 'ਚ ਹੈ। ਘੱਟ ਗਿਣਤੀਆਂ ਨਾਲ ਸੰਬੰਧਿਤ ਸਾਰੇ ਕੇਸ ਬੰਦ ਕਰ ਦਿਓ। ਜਿੱਥੇ ਉਹ ਇਨਸਾਫ ਵੱਲ ਤੱਕ ਰਹੇ, ਉਹ ਕੀ ਬਣੂਗਾ? ਉਹ ਫਿਰ ਇਹ ਕੀ ਬਣੂਗਾ? ਵੈਸੇ ਜਿਹੜੇ ਪਹਿਲੇ ਰਮੰਨਾ ਸਾਹਿਬ ਨੂੰ ਆਪਾਂ ਚੰਗੇ ਜੱਜ ਸਾਹਿਬ ਕਹਿੰਦੇ ਰਹੇ ਹਾਂ, ਲੇਕਿਨ ਰਮੰਨਾ ਸਾਹਿਬ ਦੇ ਜਾਣ ਤੋਂ ਬਾਅਦ ਮੈਂ ਉਮਰ ਅਬਦੁੱਲਾ ਦਾ ਇੱਕ ਬਿਆਨ ਪੜ੍ਹ ਰਿਹਾ ਸੀ ਜੀ। ਉਮਰ ਅਬਦੁੱਲਾ ਸਾਹਿਬ ਕਹਿੰਦੇ ਜੀ ਠੀਕ ਹੈ, ਰਮੰਨਾ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਹੈ, ਪਰ ਸਾਡਾ ਤਾਂ ਕਹਿੰਦੇ ਜਿਹੜਾ ਧਾਰਾ 370 ਖਤਮ ਕੀਤੀ ਹੈ, 35 ਖਤਮ ਕੀਤੀ ਹੈ, 80 ਪਟੀਸ਼ਨਾਂ ਦਾਇਰ ਕੀਤੀਆਂ ਹੋਈਆਂ, ਉਹਨਾਂ ਪਟੀਸ਼ਨਾਂ ਦੀ ਸੁਣਵਾਈ ਦੇ ਲਈ ਤਾਂ ਕਹਿੰਦੇ ਕੋਈ ਬੈਂਚ ਹੀ ਨਹੀਂ ਗਠਿਤ ਕੀਤਾ ਸੀ। ਔਰ ਕਹਿ ਵੀ ਗਏ ਰਮੰਨਾ ਸਾਹਿਬ ਕਿ ਮੇਰਾ ਬਹੁਤ ਸਾਰਾ ਕੰਮ ਪੈਂਡਿੰਗ ਰਹਿ ਗਿਆ, ਮੈਂ ਕਰ ਨਹੀਂ ਸਕਿਆ, ਉਹ ਵੀ ਕਹਿ ਗਏ।
ਲਲਿਤ ਸਾਹਿਬ ਦਾ 74 ਦਿਨ ਇਹਨਾਂ ਕੋਲੇ 74 ਦੇ ਵਿੱਚ 3 ਦਿਨ ਤਾਂ ਬੀਤ ਹੀ ਗਏ, ਬੀਤ ਗਏ। 71 ਦਿਨ ਤੇ 71 ਦਿਨਾਂ ਦੇ ਵਿੱਚ ਜਿਹੜੇ ਪਹਿਲੇ ਦੂਜੇ ਫੈਸਲੇ ਹੁੰਦੇ ਉਹਨਾਂ ਦੇ ਵਿੱਚ ਹੈ ਕਿ 11 ਕੇਸ ਬੰਦ। ਝਰੀਟ ਪਹਿਲਾਂ ਹੀ ਆਉਂਦੇ, ਝਰੀਟ ਮਾਰਦੀ। ਬਿਲਕੁਲ ਬਿਲਕੁਲ ਇਹਨੂੰ ਕਹਿੰਦੇ ਝਰੀਟ ਮਾਰਨੀ। ਬਿਲਕੁਲ ਜੀ ਬਿਲਕੁਲ। ਚਲੋ ਮਰਜ਼ੀ ਜੀ, ਕੀ ਕਹਿ ਸਕਦੇ। ਬਿਲਕੁਲ ਜੀ, ਅਸੀਂ ਅਦਾਲਤਾਂ ਦੇ ਉੱਤੇ ਕਿੰਤੂ ਪਰੰਤੂ ਤਾਂ ਕਰ ਨਹੀਂ ਸਕਦੇ, ਲੇਕਿਨ ਆਪਣਾ ਕਨਸਰਨ ਹੈ ਜਿਹੜੀ ਸਾਡੀ ਚਿੰਤਾ ਸੀ ਉਹ ਜ਼ਾਹਰ ਕਰ ਸਕਦੇ, ਉਹ ਕਰ ਰਹੇ ਅਸੀਂ। ਜੀ ਜੀ, ਸੋ ਧੰਨਵਾਦ ਢਿੱਲੋਂ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਤੇ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਨੂੰ ਫੇਸਬੁੱਕ ਪੇਜ ਦੇ ਉੱਤੇ, YouTube ਚੈਨਲ ਦੇ ਉੱਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਧੰਨਵਾਦ। ਮੁਲਾਕਾਤ ਫਿਰ ਹੋਏਗੀ ਕੱਲ੍ਹ ਨੂੰ ਨਵੇਂ ਵਿਸ਼ੇ ਦੇ। ਸ਼ਮਾਦਾਨ।